यो बिलावल। ਕਿਸੇ ਨੇ ਭਗਤ ਕਬੀਰ ਸਾਹਿਬ ਜੀ ਨੂੰ ਪੁੱਛਿਆ ਕਿ ਪਰਮੇਸ਼ਰ ਦਾ ਸਿਮਰਨ ਭਜਨ ਕਿੰਜ ਕਰਨਾ ਚਾਹੀਦਾ ਹੈ, ਤਾਂ ਬਿਲਾਵਲ ਰਾਗ ਦੇ ਅੰਦਰ ਧੰਨ ਭਗਤ ਕਬੀਰ ਸਾਹਿਬ ਜੀ ਇਹ ਪਵਿੱਤਰ 10ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਸਰੀਰ ਸਰੋਵਰ ਪੀਤਰੇ। हे ਭਾਈ, ਇਹ ਜੋ ਸਥੂਲ ਸਰੀਰ ਰੂਪ ਤਲਾ ਹੈ, ਇਹਦੇ ਵਿੱਚ ਅੱਛਾ ਕਮਲ ਅਨੂਪ। ਉਸ ਪਰਮੇਸ਼ਰ ਦਾ ਚੇਤਨ ਸੱਤਾ ਰੂਪ ਪਾਣੀ ਹੈ, ਜੋ ਪਰਮੇਸ਼ਰ ਸੁੰਦਰ ਸਰੂਪ ਕਮਲ ਦੀ ਤਰ੍ਹਾਂ ਨਿਰਲੇਪ ਅਤੇ ਉਪਮਾ ਤੋਂ ਰਹਿਤ ਹੈ। ਪਰਮ ਜੋਤ ਪੁਰਖੋਤਮ। ਉਹ ਪਰਮੇਸ਼ਰ ਵੱਡੀ ਜੋਤੀ ਵਾਲਾ, ਭਾਵ ਪ੍ਰਕਾਸ਼ ਵਾਲਾ ਅਤੇ ਸਾਰਿਆਂ ਪੁਰਖਾਂ ਤੋਂ ਉੱਤਮ ਸ੍ਰੇਸ਼ਟ ਹੈ। ਜਾਂ ਕੈ ਰੇਖ ਨਾ ਰੂਪਾ। ਜਿਸ ਪਰਮੇਸ਼ਰ ਦੇ ਨਿਰਗੁਣ ਸਰੂਪ ਦੀ ਨਾ ਕੋਈ ਰੇਖ ਲਕੀਰ ਹੈ ਤੇ ਨਾ ਹੀ ਕੋਈ ਸਰੂਪ ਹੈ। ਇਸੇ ਪ੍ਰਕਾਰ ਪਰਮ ਜੋਤ ਪੁਰਖੋਤਮ। ਹਾਂਜੀ, ਜਾਂ ਕੈ ਰੇਖ ਨਾ ਰੂਪਾ। ਸਰੀਰ ਸਰੋਵਰ ਭੀਤਰੇ। ਪਰਮੇਸ਼ਰ ਦਾ ਵਾਸਾ ਕਿੱਥੇ ਹੈ? ਤਾਂ ਕਬੀਰ ਜੀ ਫਰਮਾਉਂਦੇ ਨੇ ਕਿ ਜਿਹੜਾ ਇਹ ਸਥੂਲ ਸਰੀਰ ਰੂਪ ਤਲਾ ਹੈ, ਇਹਦੇ ਵਿੱਚ ਅੱਛਾ ਕਮਲ ਅਨੂਪ। ਜੋ ਉਪਮਾ ਤੋਂ ਰਹਿਤ ਹਿਰਦੇ ਰੂਪੀ ਕਮਲ ਆਛੈ ਹੈ। ਪਰਮ ਜੋਤ ਪੁਰਖੋਤਮ। ਜਿਸ ਹਿਰਦੇ ਰੂਪ ਕਮਲ ਦੇ ਰੂਪ ਰੇਖਾਦ ਕੋਈ ਚਿੰਨ੍ਹ ਨਹੀਂ ਹਨ। ਜਾਂ ਕੈ ਰੇਖ ਨਾ ਰੂਪ। ਜਿਸ ਹਿਰਦੇ ਰੂਪੀ ਕਮਲ ਦੇ ਰੂਪ ਰੇਖਾਦ ਕੋਈ ਚਿੰਨ੍ਹ ਨਹੀਂ ਹਨ, ਉਹ ਵੱਡੀ ਜੋਤੀ ਵਾਲਾ ਤੇ ਸਾਰਿਆਂ ਪੁਰਖਾਂ ਦੇ ਉੱਤੋਂ ਪੁਰਖ ਪਾਰ ਬ੍ਰਹਮ। ਸੋ ਸਾਧਕ ਮਹਾਰਾਜ ਨੇ ਆਖਿਆ ਹੈ ਕਿ ਜਿਹੜਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਾਧਕ ਹਿਰਦੇ ਵਸੈ। ਸੰਤਾਂ ਮਹਾਂਪੁਰਖਾਂ ਦੇ ਨਾਮ ਜਪਣੇ ਵਾਲਿਆਂ ਦੇ ਹਿਰਦੇ ਵਿੱਚ ਵਸਦਾ ਹੈ। ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜੋ ਜਪਦੇ ਨੇ, ਹਿਰਦੇ ਕਮਲ ਮੈਂ ਹਰਿ ਕਾ ਵਾਸ। ਹਰੀ ਦਾ ਜਿਹੜਾ ਵਾਸਾ ਹੈ ਹਿਰਦੇ ਰੂਪੀ ਕਮਲ ਦੇ ਵਿੱਚ ਹੈ। ਇਹ ਅਰਥ ਤਾਂ ਕੀਤੇ ਨੇ ਕਿ ਜਿਹੜਾ ਉੱਤਮ ਪੁਰਖ ਸੋ ਸਰੀਰ ਰੂਪੀ ਸਰੋਵਰ 'ਚ ਸ਼ੁਭ ਗੁਣਾ ਰੂਪੀ ਕਮਲ ਹੈ। ਸੁੰਦਰ ਸ਼ੁਭ ਗੁਣਾ ਰੂਪੀ ਕਮਲ ਜਿਹਦਾ ਰੂਪ ਰੇਖ ਨਹੀਂ, ਪਰਮ ਜੋਤੀ ਉਪਮਾ ਤੋਂ ਰਹਿਤ ਸਾਰੇ ਪੁਰਖਾਂ ਤੋਂ ਸ੍ਰੇਸ਼ਟ ਪਰਮੇਸ਼ਰ ਜਿਹੜਾ ਕਮਲ ਦੇ ਖਲੋਣ ਵਾਲਾ ਸੂਰਜ ਹੈ, ਉਹ ਸ਼ੁਭ ਗੁਣਾਂ ਨੂੰ ਹਿਰਦੇ 'ਚ ਪ੍ਰਗਟ ਕਰਨੇ ਵਾਲਾ ਹੈ। ਅਤੇ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਪਾਰ ਬ੍ਰਹਮ ਸਾਧ ਰਿਤ ਵਸੈ। ਜਿਹੜਾ ਪਰਮੇਸ਼ਰ ਪੁੰਨਾਂ ਦੇ ਪਾਪਾਂ ਤੋਂ ਰਹਿਤ ਹੈ, ਉਹ ਸਾਧਾਂ ਦੇ ਹਿਰਦੇ ਵਿੱਚ ਵਸਦਾ ਹੈ। ਹਾਂਜੀ। ਰੇ ਮਨ ਹਰਿ ਭਜ ਭ੍ਰਮ ਤਜਹੁ। ਇਹ ਮੇਰੇ ਮਨਾ ਸਾਰਿਆਂ ਦੇ ਅੰਦਰ ਵਿਆਪਕ ਹਰੀ ਪਰਮੇਸ਼ਰ ਦਾ ਭਜ ਸਿਮਰਨ ਕਰ ਤੇ ਭਰਮ ਨੂੰ ਛੱਡ ਦੇਣਾ ਕਰ। ਜਗ ਜੀਵਨ ਰਾਮ। ਕਿਉਂਕਿ ਇੱਕ ਜੋ ਰਾਮ ਪਰਮੇਸ਼ਰ ਹੀ ਜਗਤ ਦਾ ਜੀਵਨ ਰੂਪ ਹੈ, ਸਾਰੇ ਜਗਤ ਨੂੰ ਪ੍ਰਕਾਸ਼ਨ ਵਾਲਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਵਤ ਕਛੂ ਨਾ ਦਿਸਾਈ। ਉਹ ਪਰਮੇਸ਼ਰ ਨਾ ਤਾਂ ਜਨਮ ਧਾਰ ਕੇ ਆਉਂਦਾ ਦਿਖਦਾ ਹੈ ਅਤੇ ਨਹ ਦਿਸੈ ਜਾਤ। ਨਾ ਹੀ ਮਰ ਕੇ ਕਿਤੇ ਜਾਂਦਾ ਦਿਖਦਾ ਹੈ ਅਤੇ ਨਾ ਹੀ ਕਿਸੇ ਪਾਸੇ ਇੱਧਰ ਉੱਧਰ ਜਾਂਦਾ ਦਿਖਦਾ ਹੈ। ਭਾਵ ਪਰਮੇਸ਼ਰ ਇੱਕ ਰਸ ਹੈ,
ਇਸੇ ਪ੍ਰਕਾਰ ਆਵਤ ਕਛੂ ਨਾ ਦਿਸਈ। ਉਸ ਪਰਮੇਸ਼ਰ ਦੀ ਚੇਤਨ ਸੱਤਾ ਰੂਪ ਜੋਤ ਦਾ ਹੀ ਕੁਝ ਆਉਂਦਾ ਦਿਖਦਾ ਹੈ ਅਤੇ ਨਹਿ ਦਿਸਾ ਜਾਤ। ਨਾ ਹੀ ਕਿਤੇ ਜਾਣਾ ਦਿਖਦਾ ਹੈ ਜਾਂ ਅਦਿਸ਼ਟਾਨ ਸਰੂਪ ਤੋਂ ਬਗੈਰ ਨਾ ਕੁਝ ਆਉਂਦਾ ਦਿਖਦਾ ਹੈ ਅਤੇ ਨਾ ਹੀ ਕੁਝ ਜਾਂਦਾ ਦਿਖਦਾ ਹੈ। ਜੈਸਾ ਕਿ ਨ ਕਿਛ ਆਵਤ ਨਾ ਕਿਛ ਜਾਵਤ, ਸਭ ਖੇਲ ਕੀਓ ਹਰਿ ਆਇਓ। ਨ ਕਿ ਜਨਮੈ ਨ ਕਿਛ ਮਰੈ, ਆਪਨ ਚਲਤ ਆਪ ਹੀ ਕਰੈ। ਆਮਣ ਜਾਮਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਸੋ ਇਉਂ ਮਹਾਰਾਜ ਕਬੀਰ ਜੀ ਕਹਿੰਦੇ ਹਨ, ਜਹ ਉਪਜੈ ਬਿਨਸੈ ਤਹੀ। ਜਿੱਥੋਂ ਜੋ ਵੀ ਪਦਾਰਥ ਪੈਦਾ ਹੁੰਦਾ ਹੈ, ਭਾਵ ਜਿਸ ਪਦਾਰਥ ਦੇ ਆਸਰੇ ਵਿੱਚੋਂ ਪਦਾਰਥ ਪੈਦਾ ਹੁੰਦਾ ਹੈ, ਉੱਥੇ ਹੀ ਨਾਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਜਹ ਉਪਜੈ ਬਿਨਸੈ ਤਹੀ। ਜਿਸ ਚੇਤਨ ਬ੍ਰਹਮ ਤੋਂ ਸੰਸਾਰ ਪੈਦਾ ਹੁੰਦਾ, ਨਾਸ਼ ਹੋ ਕੇ ਉਸੇ ਬ੍ਰਹਮ ਦੇ ਵਿੱਚ ਇਉਂ ਲੀਨ ਹੋ ਜਾਂਦਾ ਹੈ। ਜੈਸੇ ਪੁਰਵਨ ਪਾਤ। ਜਿਵੇਂ ਚੁਪੱਤੀ ਦੇ ਪੱਤੇ ਪਾਣੀ ਦੇ ਵਿੱਚ ਪੈਦਾ ਹੋ ਕੇ ਫਿਰ ਪਾਣੀ ਵਿੱਚ ਨਾਸ਼ ਹੋ ਜਾਂਦੇ ਹਨ, ਭਾਵ ਚੁਪੱਤੀ ਦੇ ਪੱਤੇ ਦੇ ਆਸਰੇ ਕਾਇਮ ਰਹਿੰਦੇ ਨੇ ਅਤੇ ਪਾਣੀ ਦੇ ਟਲਨੇ ਖਤਮ ਹੋਣ ਦੇ ਕਾਰਨ ਸਮਾਪਤ ਹੋ ਜਾਂਦੇ ਨੇ। ਇੰਝ ਸਰੀਰਾਂ ਰੂਪ ਚੁਪੱਤੀ ਦੇ ਪੱਤੇ ਬ੍ਰਹਮ ਦੀ ਚੇਤਨ ਸੱਤਾ ਰੂਪ ਜਲ ਦੇ ਆਸਰੇ ਕਾਇਮ ਰਹਿੰਦੇ ਨੇ। ਜਦ ਬ੍ਰਹਮ ਚੇਤਨ ਸੱਤਾ ਰੂਪ ਜਲ ਨੂੰ ਆਪਣੇ ਅੰਦਰ ਖਿੱਚ ਲੈਂਦਾ, ਤਦ ਸਰੀਰਾਂ ਦਾ ਪਤਨ ਹੋ ਜਾਂਦਾ ਹੈ। ਇਸੇ ਪ੍ਰਕਾਰ ਜਹ ਉਪਜੈ ਬਿਨਸੈ ਤਹੀ। ਜੋ ਪੰਜ ਤੱਤਾਂ ਤੋਂ ਮਿੱਟੀ ਆਦਿਕ ਪੰਜ ਤੱਤਾਂ ਦੇ ਸਰੀਰ ਉਹ ਪਤਲੇ ਕੁਝੇ ਮਿੱਟੀ ਆਦਿਕ ਪੰਜ ਤੱਤਾਂ ਤੋਂ ਪੈਦਾ ਹੋ ਕੇ ਫਿਰ ਮਿੱਟੀ ਆਦਿਕ ਪੰਜ ਤੱਤਾਂ ਦੇ ਵਿੱਚ ਮਿਲ ਜਾਂਦੇ ਹਨ। ਜੈਸੇ ਪੁਰਵਨ ਪਾਤ। ਸੋ ਕਹਿੰਦੇ ਨੇ ਕਿ ਜਿਵੇਂ ਪਤਲੇ ਕੁਝੇ ਜਿਹੜੇ ਨੇ ਮਿੱਟੀ ਦੇ, ਉਹ ਮਿੱਟੀ ਤੋਂ ਪੈਦਾ ਹੋ ਕੇ ਫਿਰ ਮਿੱਟੀ 'ਚ ਹੀ ਪਤਨ ਨਾਸ਼ ਹੋ ਜਾਂਦੇ ਹਨ। ਇੰਝ ਹੀ ਪੰਜਾਂ ਤੱਤਾਂ ਦਾ ਸਰੀਰ ਇਹ ਮਿੱਟੀ ਆਦਿਕ ਪੰਜਾਂ ਤੱਤਾਂ ਤੋਂ ਬਣਿਆ ਅਤੇ ਇਹਦੇ ਵਿੱਚ ਹੀ ਨਾਸ਼ ਹੋ ਜਾਂਦਾ ਹੈ। ਮਿਥਿਆ ਕਰਮ ਆਤਾ ਜੀ। ਇਸ ਕਰਕੇ ਜਿਸ ਨੇ ਅਨਹੋਈ ਜਾਣ ਕੇ ਮਾਇਆ ਤਿਆਗ ਦਿੱਤੀ ਹੈ, ਸੋਖਾ ਸਹਿਜ ਵਿਚਾਰ। ਉਸ ਨੇ ਸਹਿਜ ਗਿਆਨ ਸਰੂਪ ਦੀ ਵਿਚਾਰ ਕਰਕੇ ਆਤਮਿਕ ਸੁੱਖ ਆਨੰਦ ਨੂੰ ਪਾਉਣਾ ਕੀਤਾ ਹੈ, ਜਾਂ ਉਹਨੇ ਸੁਤੇ ਸਿੱਧੀ ਆਤਮਿਕ ਸੁੱਖ ਦੀ ਪ੍ਰਾਪਤੀ ਬਾਬਤ ਵਿਚਾਰਨਾ ਕੀਤਾ ਹੈ। ਕਹਿ ਕਬੀਰਾ ਸੇਵਾ ਕਰਹੁ। ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਸੇਵਾ ਕਰੋ ਭਾਈ। ਜਿਹੜਾ ਭਜਨ ਬੰਦਗੀ ਕਰਨੀ ਆ, ਆਹ ਜਿਹੜਾ ਤੁਸੀਂ ਬੈਠੇ ਹੋਏ ਹੋ, ਇਹ ਵੀ ਵਿਹਲੇ ਨਹੀਂ ਬੈਠੇ, ਇਹ ਵੀ ਬਿਜ਼ੀ ਹੋ, ਇਹ ਵੀ ਗੁਰੂ ਘਰ ਦੀ ਸੇਵਾ ਹੀ ਹੈ। ਕਿਉਂਕਿ ਮਹਾਰਾਜ ਨੇ ਸੇਵਾ ਦੀ ਡੈਫੀਨੇਸ਼ਨ ਦਿੱਤੀ ਹੈ, ਹਰ ਸੇਵਾ ਮਹਿ ਪਰਮ ਨਿਧਾਨ, ਹਰ ਸੇਵਾ ਮੁਖ ਅੰਮ੍ਰਿਤ ਨਾਮ। ਗੱਜ ਕੀ ਕਹਿ ਦੋ ਸਤਨਾਮ ਸ੍ਰੀ ਵਾਹਿਗੁਰੂ ਨਾਮ ਜਿਹੜਾ ਮੁਖ ਤੋਂ ਕਹਿਣਾ ਹੈ, ਇਹ ਵੀ ਹਰੀ ਦੀ ਸੇਵਾ ਹੀ ਹੈ। ਚੌਂਕੜਾ ਮਾਰ ਕੇ ਬੈਠਣਾ ਵੀ ਸੇਵਾ ਹੀ ਹੈ। ਗੁਰੂ ਘਰ ਦੀਆਂ ਰੌਣਕਾਂ ਵਧਾਉਣੀਆਂ, ਆਪਦਾ ਤਾਂ ਭਲਾ ਹੁੰਦਾ ਹੀ ਹੈ, ਸੇਵਾ ਵੀ ਨਾਲ ਹੀ ਹੈ। ਇਉਂ ਭਜਨ ਬੰਦਗੀ ਕਰਨ ਰੂਪ ਸੇਵਾ ਕਰੋ। ਸੇਵਾ ਦਾ ਮਤਲਬ ਤਾਂ ਇਹ ਹੈ ਕਿ ਦੂਜੇ ਦਾ ਸਵਾਰਨਾ, ਪਹਿਲਾਂ ਆਪਦਾ ਤਾਂ ਸਵਾਰੋ, ਦੂਜੇ ਦਾ ਤਾਂ ਬਾਅਦ ਵਿੱਚ ਸਵਾਰਨਾ ਚਾਹੀਦਾ, ਪਹਿਲਾਂ ਆਪਣੇ ਆਪ ਦਾ ਭਲਾ ਕਰਨਾ ਚਾਹੀਦਾ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ। ਪਹਿਲਾਂ ਆਪ ਜਪਣਾ ਹੈ, ਫਿਰ ਅਵਰੈ ਨਾਮ ਜਪਾਵੈ, ਦੂਜਿਆਂ ਨੂੰ ਜਪਾਉਣ ਦੀ ਸੇਵਾ ਕਰਨੀ ਹੈ। ਇਹ ਨਹੀਂ ਵੀ ਸੇਵਾ ਕਰਨ ਤੁਰ ਪਓ, ਦੂਜਿਆਂ ਦਾ ਭਲਾ ਕਰਨ
ਤੇ ਆਪ ਦਾ ਭਣਾਲਾ ਉੱਥੇ ਦਾ ਉੱਥੇ ਰਹੇ। ਕਬੀਰ ਅਵਰੈ ਕੋ ਉਪਦੇਸ਼ ਤੇ ਮੁਖ ਮੇਂ ਪਰ ਹੈ ਰੇਤ, ਰਾਸ ਬਰਾਨੀ ਰਾਖਤੇ ਖਾਇਆ ਘਰ ਕਾ ਖੇਤ। ਜਾਂ ਪ੍ਰਤੱਖ ਗੁਰੂ ਘਰ ਦੀਆਂ ਅਨੇਕਾਂ ਸੇਵਾਵਾਂ ਹਨ। ਇਉਂ ਜਿਹੜਾ ਸਰੀਰ ਹੈ ਇਹਦੀ ਸਫਲਤਾ ਸੇਵਾ ਨਾਲ ਹੀ ਹੈ। ਮਿਣ ਸੇਵਾ ਤ੍ਰਿਗ ਹੱਥ ਪੈਰ, ਹੋਰ ਨਿਫਲ ਕਰਨੀ। ਮਨ ਮੰਜ ਮੁਰਾਰ। ਕਬੀਰ ਜੀ ਕਹਿੰਦੇ ਨੇ ਕਿ ਜੋ ਮੁਰਦੈਂਦ ਦਾ ਦੁਸ਼ਮਣ ਪਰਮੇਸ਼ਰ ਹੈ, ਮਨ ਚਿੱਤ ਦੇ ਮੰਝ ਵਿੱਚ ਸਾਖੀ ਰੂਪ ਹੋ ਕੇ ਵਸਦਾ ਹੈ, ਉਸ ਵਾਹਿਗੁਰੂ ਜੀ ਦੀ ਗੁਰੂ ਘਰ ਬਣਾਉਣ ਦੀ, ਗੁਰੂ ਕੇ ਲੰਗਰ ਵਰਤਾਉਣ ਦੀ, ਪਕਾਉਣ ਦੀ ਇਤਿਆਦਿਕ ਅਨੇਕਾਂ ਸੇਵਾਵਾਂ ਕਰੋ। ਜਾਂ ਭਜਨ ਬੰਦਗੀ ਕਰਨ ਉਹ ਸੇਵਾ ਟਹਿਲ ਕਰੋ। ਬਿਲਾਵਲ। ਕਿਸੇ ਪੰਡਤ ਨੇ ਭਗਤ ਕਬੀਰ ਜੀ ਨੂੰ ਆ ਕੇ ਪੁੱਛਿਆ ਕਿ ਆਪ ਜੀ ਦਾ ਜੰਮਣ ਮਰਨ ਦਾ ਭਰਮ ਕਿਵੇਂ ਨਿਮਰਤ ਹੋਇਆ ਹੈ। ਤਾਂ ਕਬੀਰ ਜੀ ਬਿਲਾਵਲ ਰਾਗ ਵਿੱਚ 11ਵਾਂ ਸ਼ਬਦ ਉਚਾਰਨ ਕਰ ਰਹੇ ਹਨ। ਜਨਮ ਮਰਨ ਕਾ ਭਰਮ ਗਿਆ। ਇਹ ਭਾਈ ਮੇਰਾ ਜੰਮਣ ਮਰਨ ਦਾ ਜਿਹੜਾ ਭੁਲੇਖਾ ਉਹ ਨਿਮਰਤ ਹੋ ਗਿਆ ਹੈ। ਗੋਬਿੰਦਾ ਲਿਵ ਲਾਗੇ। ਕਿਉਂਕਿ ਮੇਰੀ ਜਿਹੜੀ ਲਿਵ ਹੈ ਕੋ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਲੱਗ ਗਈ ਹੈ। ਜੀਵਤਾ ਸੁਨ ਸਮਾਨਿਆ। ਜੋ ਅਵਿਦਿਆ ਰੂਪ ਨੀਂਦ ਦੇ ਵਿੱਚ ਜਿਹੜਾ ਮਨ ਸੁੱਤਾ ਪਿਆ ਸੀਗਾ, ਉਹ ਗਿਆਨ ਅਵਸਥਾ ਵਿੱਚ ਜਾਗ ਪਿਆ ਹੈ। ਰਹਾਉ। ਗੁਰ ਸਾਖੀ ਜਾਗੇ। ਜਦ ਸਤਿਗੁਰਾਂ ਦੀ ਸਾਖੀ ਸਿੱਖਿਆ ਲਈ ਤਾਂ ਗੁਰਾਂ ਦੀ ਸਿੱਖਿਆ ਦੁਆਰਾ ਜੋ ਮਨ ਦੀ ਬਿਰਤੀ ਅਵਿਦਿਆ ਰੂਪ ਨੀਂਦ ਵਿੱਚੋਂ ਸੁੱਤੀ ਪਈ ਜਾ ਕੇ ਗਿਆਨ ਅਵਸਥਾ ਦੇ ਵਿੱਚ ਤੇ ਤਿਆਰ ਹੋ ਗਈ, ਜਾਗ ਪਈ। ਤਦ ਜੀਵਤ ਸੁਨ ਸਮਾਨਿਆ, ਮੈਂ ਜਿਉਂਦੇ ਹੀ ਅਫੁਰ ਰੂਪ ਬ੍ਰਹਮ ਦੇ ਵਿੱਚ ਸਮਾ ਗਿਆ। ਇਸੇ ਪ੍ਰਕਾਰ ਜੀਵਤਾ ਸੁਨ ਸਮਾਨਿਆ। ਜੋ ਜੀਵਨ ਚੇਤਨ ਸਰੂਪ ਬ੍ਰਹਮ ਅਫੁਰ ਫੁਰਨੇ ਤੋਂ ਰਹਿਤ ਹੈ, ਸੋ ਉਹਦੇ ਵਿੱਚ ਮਨ ਸਾਡਾ ਸਮਾ ਗਿਆ ਹੈ। ਇਸੇ ਤਰ੍ਹਾਂ ਜੀਵਤਾ ਸੁਨ ਸਮਾਨਿਆ। ਜੀਵਤ ਭਾਵ ਨੂੰ ਦੂਰ ਕਰਕੇ ਮੈਂ ਅਫੁਰ ਰੂਪ ਬ੍ਰਹਮ ਦੇ ਵਿੱਚ ਸਮਾ ਗਿਆ ਹਾਂ। ਜੋਤ ਮੇਰੀ ਸੰਗ ਜੋਤ ਰਹਿਆ ਕਾਲ ਦਾ। ਜਿਉਂ ਜਲ ਮਹਿ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਭਾਈ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਮਰਿਆਂ ਤੋਂ ਬਾਅਦ ਤਾਂ ਕਿਨ ਵੇਖਿਆ ਮੁਕਤੀ। ਅਸਲੀ ਆਨੰਦ ਤਾਂ ਜੀਵਨ ਮੁਕਤੀ ਦਾ ਹੈ, ਜੋ ਗੁਰਸਿੱਖਾਂ ਨੂੰ ਗੁਰੂ ਸਾਹਿਬ ਬਖਸ਼ ਦੇਣ। ਜਿਉਂਦਿਆਂ ਹੀ ਜਿਹੜੀ ਬਿਰਤੀ ਹੈ ਜਹ ਤੇ ਉਪਜੀ ਤਹਿ ਮਿਲੀ। ਜਿੱਥੋਂ ਪੈਦਾ ਹੋਈ ਸੀ ਉਹਦੇ ਵਿੱਚ ਹੀ ਆਤਮਾ ਪਰਾਤਮਾ ਇੱਕੋ ਕਰੈ। ਆਤਮਾ ਪਰਮਾਤਮਾ ਦੇ ਵਿੱਚ ਇੱਕ ਮਿਕ ਹੋ ਗਈ। ਅੰਤਰ ਕੀ ਦੁਬਧਾ ਅੰਤਰ ਮਰੈ, ਮਨ ਮੈਂ ਸੋ ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ। ਮਨ ਮੈਂ ਮਨੁਆ, ਇਸ ਤਰ੍ਹਾਂ ਪਾਤਸ਼ਾਹ ਜੀ ਦੇ ਬਚਨ ਹਨ। ਸੋ ਜਿੱਥੋਂ ਬਿਰਤੀ ਉਖੜੀ ਸੀਗੀ ਉਹਦੇ ਵਿੱਚ ਜਾ ਕੇ ਸਮਾ ਗਈ ਹੈ। ਇਹ ਸਮਾਈ ਕਿਵੇਂ ਹੈ? ਗੁਰ ਸਾਖੀ ਜਾਗੇ। ਜਿਵੇਂ ਸ਼ਾਮਾਂ ਨੂੰ ਗੁਰੂ ਜੀ ਦੀਆਂ ਸਾਖੀਆਂ ਹੁੰਦੀਆਂ ਨੇ, ਇਤਿਹਾਸ ਦੀ ਕਥਾ ਹੁੰਦੀ ਹੈ, ਉਹਦੇ ਇਤਿਹਾਸ ਦੇ ਮੁਤਾਬਕ ਗੁਰੂਆਂ ਦਾ ਜੈਸਾ ਜੀਵਨ ਸੁਣਿਆ, ਮਨ ਵੀ ਜਾ ਕੇ ਉਹਦੇ ਮੁਤਾਬਕ ਬਣ ਗਿਆ। ਜਾਂ ਜਿਹੜੀ ਆ ਹੁਣ ਗੁਰਾਂ ਦੀ ਸਿੱਖਿਆ ਆਪਾਂ ਸੁਣ ਰਹੇ ਹਾਂ, ਇਹ ਸਿੱਖਿਆ ਦੇ ਵਿੱਚ ਮਨ ਜਾਗ ਪਿਆ ਤਾਂ ਇਹ ਫਿਰ ਕਿਰਪਾ ਹੋਈ ਹੈ, ਬਿਰਤੀ ਵਾਹਿਗੁਰੂ ਦੇ ਵਿੱਚ ਭੇਦ ਹੋ ਗਈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਹੇ ਕਬੀਰ ਜੀ, ਇਹ ਜੀਵ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਹੈ? ਤਾਂ ਸਾਹਿਬ ਕਬੀਰ ਜੀ ਫਰਮਾਉਂਦੇ ਨੇ,
ਕਾਸੀ ਤੇ ਤੁਨ ਉਪਜੈ। ਹੇ ਪੰਡਤ, ਜਦ ਕਹਿੰਦਾ ਭਾਂਡਾ ਜਿਹੜਾ ਹੈ ਤੁਨ ਕਾਸੀ ਜਾਈ। ਸੋ ਉਹਦੀ ਜਿਹੜੀ ਆਵਾਜ਼ ਹੈ ਕਿੱਥੇ ਜਾ ਕੇ ਸਮਾਉਂਦੀ ਹੈ ਦੱਸਦੇ ਆ। ਕਾਸੀ ਫੂਟੀ ਪੰਡਤਾ। ਜਦ ਕਾਂਸੀ ਕਹਿੰਦਾ ਭਾਂਡਾ ਘੜਿਆਲ ਫੂਟੀ ਟੁੱਟ ਜਾਂਦੀ ਹੈ ਤਾਂ ਫਿਰ ਉਹਦੀ ਜਿਹੜੀ ਧੁਨ ਆਵਾਜ਼ ਹੈ ਉਹ ਕਿੱਥੇ ਜਾ ਕੇ ਸਮਾਉਂਦੀ ਹੈ ਦੱਸੋ। ਜਿਹੜਾ ਘੜਿਆਲ ਹੁੰਦਾ ਸਕੂਲਾਂ ਦੇ ਵਿੱਚ ਅੱਜ ਕੱਲ੍ਹ ਤਾਂ ਬਿਜਲੀ ਦੇ ਸਾਇਰਨ ਆ ਗਏ ਨੇ ਅਤੇ ਸਾਨੂੰ ਮਾਸਟਰ ਨੇ ਕਹਿਣਾ ਵੀ ਜਾ ਕੇ ਘੰਟੀ ਖੜਕਾ ਆ, ਅੱਧੀ ਛੁੱਟੀ ਹੋ ਗਈ। ਪੀਰੀਅਡ ਤਾਂ ਲੱਗਦੇ ਨਹੀਂ ਸਨ, ਉਹ ਤਾਂ ਕਾਲਜਾਂ ਦੇ ਵਿੱਚ ਸ਼ੁਰੂ ਹੋਏ ਸਨ ਅਤੇ ਅੱਧੀ ਛੁੱਟੀ ਦੀ ਅਤੇ ਜਾਂ ਸਕੂਲ ਲੱਗਣ ਦੀ ਜਾਂ ਪੂਰੀ ਛੁੱਟੀ ਦੀ ਘੰਟੀ ਖੜਕਾਉਣੀ। ਗੁਰੂਆਂ ਦੇ ਅੱਗੇ ਉਹ ਘੜਿਆਲ ਖੜਕਦਾ ਹੈ। ਉਹ ਕਹਿਣ ਦਾ ਜਿਹੜਾ ਬਣਿਆ ਹੁੰਦਾ ਘੜਿਆਲ, ਉਹ ਕਹਿਣ ਦਾ ਭਾਂਡਾ ਜਾਂ ਕਾਂ ਦੀ ਘੜਿਆਲ ਜਦੋਂ ਟੁੱਟ ਜਾਂਦੀ ਹੈ ਫਿਰ ਉਹ ਉਹਦੀ ਆਵਾਜ਼ ਹੈ ਕਿੱਥੇ ਜਾ ਕੇ ਸਮਾਉਂਦੀ, ਭਾਵ ਘੜਿਆਲ ਦੇ ਵਿੱਚ ਹੀ ਸਮਾਉਂਦੀ ਹੈ। ਇਸੇ ਪ੍ਰਕਾਰ ਕਾਸੀ ਤੇ ਤੁਨ ਉਪਜੈ। ਇਹ ਪੰਡਤ ਜੀ, ਜਿਹੜੀ ਕਾਂਸੀ ਕਹਿੰਦੀ ਜਿਹੜੀ ਧੁਨ ਆਵਾਜ਼ ਹੈ ਉਹਦੇ ਵਿੱਚੋਂ ਪੈਦਾ ਹੁੰਦੀ ਹੈ। ਤੁਨ ਕਾਸੀ ਜਾਈ। ਫਿਰ ਉਹਦੀ ਜਿਹੜੀ ਆਵਾਜ਼ ਹੈ ਉਹ ਕਿੱਥੇ ਸਮਾਉਂਦੀ ਹੈ। ਕਾਸੀ ਫੂਟੀ ਪੰਡਤਾ। ਇਹ ਪੰਡਤ ਜੀ ਇਹ ਦੱਸ, ਜਦ ਕਾਂਸੀ ਆਦਿਕ ਧਾਤਾਂ ਦੀ ਬਣੀ ਹੋਈ ਆਦਿਕ ਧਾਤ ਦੀ ਬਣੀ ਘੜਿਆਲ ਫੁੱਟਦੀ ਹੈ, ਉਹਦੇ ਉੱਪਰ ਹਥੌੜੀ ਮਾਰੀਏ, ਉਹਦੇ ਵਿੱਚੋਂ ਜਿਹੜੀ ਆਵਾਜ਼ ਕਿੱਥੋਂ ਨਿਕਲਦੀ ਹੈ ਅਤੇ ਕਿੱਥੇ ਜਾ ਕੇ ਸਮਾਉਂਦੀ ਹੈ। ਧੁਨ ਕਹਾਂ ਸਮਾਈ। ਉਹ ਆਵਾਜ਼ ਕਿੱਥੇ ਜਾ ਕੇ ਸਮਾਉਂਦੀ। ਇਹ ਸੁਣ ਕੇ ਪੰਡਤ ਕਹਿਣ ਲੱਗਾ ਜੀ ਮੈਂ ਤਾਂ ਭੁਲੇਖੇ ਜਿਹੇ 'ਚ ਪੈ ਗਿਆ, ਮੈਨੂੰ ਤਾਂ ਕੋਈ ਸਮਝ ਨਹੀਂ ਆਈ ਕਿ ਤੁਸੀਂ ਕਿਵੇਂ ਮੈਨੂੰ ਪੁੱਛ ਰਹੇ ਹੋ, ਇਹਦਾ ਉੱਤਰ ਕੀ ਹੈ, ਮੈਨੂੰ ਕੋਈ ਸਮਝ ਨਹੀਂ ਜੀ, ਕਿਰਪਾ ਕਰਕੇ ਤੁਸੀਂ ਹੀ ਦੱਸਣਾ ਕਰੋ। ਤਾਂ ਕਬੀਰ ਸਾਹਿਬ ਜੀ ਫਰਮਾਉਂਦੇ ਨੇ ਕਾਸੀ ਤੇ ਤੁਨ ਉਪਜੈ। ਕਹਿੰਦੇ ਬਰਤਨ ਜਾਂ ਘੜਿਆਲ ਤੋਂ ਹੀ ਆਵਾਜ਼ ਪੈਦਾ ਹੁੰਦੀ ਨਿਕਲਦੀ ਹੈ। ਤੁਨ ਕਾਸੀ ਜਾਈ। ਫਿਰ ਅੰਤ ਨੂੰ ਜਿਹੜੀ ਧੁਨ ਆਵਾਜ਼ ਹੈ ਕਹਿੰਦੇ ਬਰਤਨ ਜਾਂ ਘੜਿਆਲ ਦੇ ਵਿੱਚ ਹੀ ਜਾਈ ਜਾ ਸਮਾਉਂਦੀ ਹੈ। ਭਾਵ ਜਦ ਅੰਤ ਨੂੰ ਘੜਿਆਲ ਉੱਤੇ ਡੰਡਾ ਮਾਰਨੋਂ ਹਟ ਜਾਈਏ ਤਾਂ ਆਵਾਜ਼ ਹੌਲੀ ਹੌਲੀ ਮੱਧਮ ਹੋ ਕੇ ਘੜਿਆਲ ਦੇ ਵਿੱਚ ਹੀ ਸਮਾ ਜਾਂਦੀ ਹੈ। ਇਸੇ ਪ੍ਰਕਾਰ ਕਾਸੀ ਤੇ ਤੁਨ ਉਪਜੈ। ਅਵਿਦਿਆ ਰੂਪ ਕਹਿੰਦੇ ਬਰਤਨ ਘੜਿਆਲ ਤੋਂ ਹੰਗਤਾ ਮਮਤਾ ਰੂਪ ਧੁਨ ਪੈਦਾ ਹੁੰਦੀ ਹੈ। ਇਸੇ ਪ੍ਰਕਾਰ ਕਾਂਸੀ ਤੇ ਤੁਨ ਉਪਜੈ। ਅਵਿਦਿਆ ਰੂਪ ਕਾਂਸੀ ਤੋਂ ਪੰਜਾਂ ਧਾਤਾਂ ਦਾ ਸਰੀਰ ਬਣ ਕੇ ਫਿਰ ਇਹਦੇ ਵਿੱਚੋਂ ਮੈਂ ਤੇ ਤੂੰ ਦੀ ਧੁਨੀ ਪੈਦਾ ਹੁੰਦੀ ਹੈ। ਤੁਨ ਕਾਸੀ ਜਾਈ। ਹਰ ਅੰਤ ਨੂੰ ਅਵਿਦਿਆ ਰੂਪ ਘੜਿਆਲ ਦੇ ਵਿੱਚ ਹੀ ਹੰਗਤਾ ਮਮਤਾ ਰੂਪ ਧੁਨ ਸਮਾ ਜਾਂਦੀ ਹੈ। ਇਸੇ ਪ੍ਰਕਾਰ ਕਾਸੀ ਤੇ ਤੁਨ ਉਪਜੈ। ਅਵਿਦਿਆ ਰੂਪ ਘੜਿਆਲ ਤੋਂ ਧੁਨ ਭਾਵ ਸ੍ਰਿਸ਼ਟੀ ਪੈਦਾ ਹੁੰਦੀ ਹੈ। ਤੁਨ ਕਾਸੀ ਜਾਈ। ਫਿਰ ਮਹਾਪਰਲੋ ਦੇ ਸਮੇਂ ਧੁਨ ਸ੍ਰਿਸ਼ਟੀ ਅਵਿਦਿਆ ਰੂਪ ਕਾਂਸੀ ਦੇ ਵਿੱਚ ਹੀ ਲੀਨ ਹੋ ਜਾਂਦੀ ਹੈ। ਕਾਸੀ ਫੂਟੀ ਪੰਡਤਾ। ਇਹ ਪੰਡਤ ਜਦ ਗਿਆਨ ਹੋਣ ਕਾਰਨ ਅਵਿਦਿਆ ਰੂਪੀ ਕਹਿੰਦਾ ਬਰਤਨ ਭਾਵ ਘੜਿਆਲ ਫੁੱਟ ਗਈ, ਭਾਵ ਅਵਿਦਿਆ ਅੰਦਰੋਂ ਨਾਸ਼ ਹੋ ਗਈ। ਤੁਨ ਕਹਾਂ ਸਮਾਈ। ਫਿਰ ਉਹ ਮੈਂ ਤੇ ਤੂੰ ਵਾਲੀ ਧੁਨ ਕਿੱਥੇ ਸਮਾ ਗਈ ਜਾਂ ਸ੍ਰਿਸ਼ਟੀ ਕਿੱਥੇ ਸਮਾ ਗਈ, ਮਤਲਬ ਉਹ ਚੇਤਨ ਸਰੂਪ ਬ੍ਰਹਮ ਦੇ ਵਿੱਚ ਹੀ ਲੀਨ ਹੋ ਗਈ। ਬ੍ਰਹਮ ਦੀਸੈ ਬ੍ਰਹਮ ਸੁਣੀਐ ਏਕ ਏਕ ਵਖਾਣੀਐ। ਜੋ ਦੀਸੈ ਸੋ ਤੇਰਾ ਰੂਪ। ਬ੍ਰਹਮ ਹੈ, ਬ੍ਰਹਮ ਮਿਲਿਆ। ਪਹਿਲਾਂ ਵੀ ਬ੍ਰਹਮ ਸੀਗਾ, ਸਰੀਰ ਤਾਂ ਹੈ ਹੀ ਮਿੱਟੀ ਸੀ, ਅਤੇ ਬ੍ਰਹਮ 'ਚ ਬ੍ਰਹਮ ਮਿਲ ਗਿਆ। ਜੋ ਆਤਮਕ ਜੋਤ ਹੈ ਪਰਤਕ ਜੋਤ ਦੇ ਵਿੱਚ ਮਿਲ ਗਈ। ਕੋਈ ਨਾ ਸਕੈ ਭਿੰਨ ਕਰ ਬਲਰਾਮ ਜੀਓ।
ਹੁਣ ਹੇ ਬਲਰਾਮ ਜੀਓ ਕੋਈ ਵੀ ਵੱਖ ਨਹੀਂ ਕਰ ਸਕਦਾ ਹੈ। ਇੰਜ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ। ਕੌਣ ਮੂਆ ਰੇ ਕੌਣ ਮੂਆ, ਹੇ ਪੰਡਤ ਜੀ ਤੂੰ ਰੋਂਦਾ ਪਿਆ ਹੈ, ਦੱਸ ਕੌਣ ਮਰਿਆ ਹੈ। ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਬ੍ਰਹਮ ਗਿਆਨੀਆਂ ਨਾਲ ਮਿਲ ਕੇ ਵਿਚਾਰ ਕਰ ਕਿ ਮਰਿਆ ਤਾਂ ਕੋਈ ਵੀ ਨਹੀਂ, ਇਹੋ ਤੋਂ ਚਲਤ ਭਇਆ, ਇਹ ਤਾਂ ਇੱਕ ਚਲਤ ਹੋਇਆ ਹੈ, ਮਤਲਬ ਚਾਲਾ ਮਾਰਿਆ ਜੀਵਾਤਮਾ ਨੇ। ਜੇ ਤੂੰ ਕਹੇ ਕਿ ਸਰੀਰ ਮਰਿਆ, ਜਿਹੜਾ ਸਰੀਰ ਹੈ ਉਹ ਪੰਜਾਂ ਤੱਤਾਂ ਦਾ ਬਣਿਆ ਹੈ। ਪਵਨ ਮੈਂ ਪਵਨ ਸਮਾਇਆ, ਹਵਾ ਤੱਤ 'ਚ ਹਵਾ ਮਿਲ ਗਈ, ਹਵਾ ਤਾਂ ਉਸੇ ਤਰ੍ਹਾਂ ਕਹਿ ਮੈਂ ਮਰੀ ਥੋੜੋ ਆ। ਸਰੀਰ 'ਚੋਂ ਨਿਕਲ ਕੇ ਤੇ ਬਾਹਰੀ ਹਵਾ 'ਚ ਸਮਾ ਗਈ, ਉਹ ਵੀ ਨਹੀਂ ਮਰੀ। ਪਵਨ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ। ਜਿਹੜੀ ਬ੍ਰਹਮ ਜੋਤੀ ਸੀਗੀ, ਆਤਮਕ ਜੋਤੀ, ਉਹ ਪ੍ਰਤੱਖ ਜੋਤ ਦੇ ਵਿੱਚ ਜਿਹੜੀ ਵਿਸ਼ਾਲ ਜੋਤੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ, ਸਭ ਮੈਂ ਚਾਨਣ ਹੋਏ, ਉਹ ਪਾਰ ਬ੍ਰਹਮ ਜੋਤ ਦੇ ਵਿੱਚ ਜਾ ਕੇ ਸਮਾ ਗਈ, ਜੋਤ ਵੀ ਨਹੀਂ ਮਰੀ। ਮਾਟੀ ਮਾਟੀ ਹੋਈਏ, ਜਿਹੜੀ ਸਰੀਰ ਦੀ ਮਿੱਟੀ ਸੀਗੀ, ਇਹ ਜੇ ਸੰਸਕਾਰ ਕਰਦੇ ਨੇ ਤਾਂ ਵੀ ਸਵਾਹ ਮਿੱਟੀ ਬਣ ਜਾਂਦੀ ਹੈ, ਜੇ ਦੱਬਦੇ ਨੇ ਤਾਂ ਵੀ ਮਿੱਟੀ 'ਚ ਮਿੱਟੀ ਮਿਲ ਜਾਂਦੀ ਹੈ। ਰੋਵਣ ਹਾਰੇ ਕੀ ਕਮਨ ਟੇਕ, ਹੁਣ ਦੱਸ ਰੋਣ ਵਾਲਾ ਕਿਹੜੀ ਟੇਕ ਲੈ ਕੇ ਰੋ ਰਿਹਾ, ਮਤਲਬ ਕਿਹਨੂੰ ਰੋ ਰਿਹਾ, ਕਿਹੜਾ ਮਰਿਆ ਜਿਹਨੂੰ ਰੋ ਰਿਹਾ, ਮਰਿਆ ਤਾਂ ਕੋਈ ਵੀ ਨਹੀਂ। ਤੋ ਇੰਜ ਇਹ ਬ੍ਰਹਮ ਗਿਆਨ ਦਾ ਉਪਦੇਸ਼ ਹੈ, ਜਿੱਥੋਂ ਇਹ ਆਵਾਜ਼ ਨਿਕਲਦੀ ਸੀਗੀ ਚੇਤਨ ਸਰੂਪ ਬ੍ਰਹਮ ਦੇ ਨਾਲ ਹੀ ਆਪਾਂ ਬੋਲ ਰਹੇ ਹਾਂ। ਸਾਡੀ ਜ਼ੁਬਾਨ ਦੀ ਕੀ ਤਾਕਤ ਹੈ, ਮਰੇ ਬੰਦੇ ਦੀ ਜ਼ੁਬਾਨ ਵੀ ਤਾਂ ਉਤਰਾ ਹੀ ਹੁੰਦੀ ਹੈ। ਤੁਸੀਂ ਦੱਸੋ, ਉਹ ਮਾਸ ਦਾ ਲੋਥੜਾ ਜਿਹੜੀ ਜ਼ੁਬਾਨ ਹੈ ਉਹ ਤਾਂ ਉਸੇ ਤਰ੍ਹਾਂ ਹੀ ਹੈ, ਪਰ ਉਹ ਬੋਲਦੀ ਕਿਉਂ ਨਹੀਂ? ਕਿਉਂਕਿ ਬੋਲਣ ਵਾਲਾ ਵਿੱਚੋਂ ਨਿਕਲ ਗਿਆ। ਜਿਉਂ ਬੋਲਾਵੈ ਤਿਉਂ ਬੋਲੇ ਸੁਆਮੀ, ਕੁਦਰਤ ਕਮਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਜਿਨ ਜੀਵ ਹੈ ਦਿੱਤੀ ਬੋਲੇ ਤਾਂ ਵੇਖ ਤੋਤੇ ਵਾਂਗੂ ਬੋਲ ਰਹੀ ਹੈ। ਇਹ ਰੱਬ ਦੀ ਦਿੱਤੀ ਜ਼ਬਾਨ ਉਹੀ ਬੁਲਾ ਰਿਹਾ ਹੈ। ਜਬ ਆਪਣੀ ਜੋਤ ਖਿੰਚੈ ਤੂੰ ਸੁਆਮੀ, ਇਹ ਮੇਰੇ ਮਾਲਕ ਵਾਹਿਗੁਰੂ, ਜਦ ਤੂੰ ਬੋਲਣ ਵਾਲੀ ਜੋਤ, ਅੱਖਾਂ 'ਚ ਵੇਖਣ ਵਾਲੀ ਜੋਤ, ਅੱਖਾਂ ਰਾਹੀਂ ਜੋ ਵੇਖ ਰਹੀ ਹੈ, ਜ਼ਬਾਨ ਰਾਹੀਂ ਬੋਲ ਰਹੀ ਹੈ, ਕੰਨਾਂ ਰਾਹੀਂ ਸੁਣ ਰਹੀ ਹੈ, ਜਦ ਤੂੰ ਆਪ ਦੀ ਜੋਤ ਸਾਡੇ ਵਿੱਚੋਂ ਖਿੱਚ ਲੈਂਦਾ ਹੈ, ਤਬ ਕੋਈ ਕਰੋ ਦਿਖਾਵਾ ਖਿਆਨਾ। ਹੁੰਦਾ ਬੰਦਾ ਡੀਂਗਾ ਮਾਰਦਾ, ਫਿਰ ਕੋਈ ਕਰਕੇ ਦਿਖਾਵੇ ਸਹੀ ਭਲਾ ਕੁਛ ਕਰ ਸਕਦਾ? ਬਿਲਕੁਲ ਨਹੀਂ। ਸੋ ਇਸ ਲਈ ਜਿਹੜੀ ਚੇਤਨ ਦੀ ਆਵਾਜ਼ ਸੀ ਅੰਦਰਲੀ, ਸੋ ਜਿੱਥੋਂ ਪੈਦਾ ਹੋਈ ਸੀ, ਜਦ ਸਵਾਸ ਸਮਾਪਤ ਹੋ ਗਏ, ਬੰਦੇ ਦਾ ਸਮਾਂ ਮੁੱਕ ਗਿਆ, ਉਹ ਚੇਤਨ ਸਰੂਪ ਬ੍ਰਹਮ ਦੇ ਵਿੱਚ ਹੀ ਜਾ ਕੇ ਲੀਨ ਹੋ ਗਈ। ਅਰਥਾਤ ਅਵਿਦਿਆ ਕਰਕੇ ਮੈਂ ਤੇ ਤੂੰ ਦੀ ਆਵਾਜ਼ ਅੰਦਰੋਂ ਪ੍ਰਗਟ ਹੋਈ ਸੀ। ਤੂੰ ਬ੍ਰਹਮ ਤੇ ਮੈਂ ਜੀਵ। ਅਵਿਦਿਆ ਦੇ ਨਿਵਰਤ ਹੋਣ ਕਰਕੇ ਜਦ ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਕਬੀਰ ਤੂੰ ਕਰਤਾ ਤੂੰ ਹੁਆ, ਤੂੰ ਕਰਦਾ ਤੂੰ ਹੀ ਬਣ ਗਿਆ। ਵਾਹਿਗੁਰੂ ਵਾਹਿਗੁਰੂ ਕਰਦਾ ਵਾਹਿਗੁਰੂ ਦਾ ਰੂਪ ਹੀ ਬਣ ਗਿਆ। ਮੁਝ ਮੈਂ ਰਹਾ ਨਾ ਹੋ, ਮੇਰੇ 'ਚ ਮੈਂ ਰਹੀ ਹੋਈ ਨਹੀਂ। ਕਹਿੰਦੇ ਚੱਲੇ ਲਾਉਣ ਕੀ ਪੂਤਰੀ, ਥਾਹੇ ਸਿੰਧ ਕੋ ਲੈਣ, ਆਪ ਮਿਲੇ ਆਪੇ ਭਾਈ ਉਲਟ ਕਹੇ ਕੋ ਬੈਣ। ਲੂਣ ਦੀ ਡਲੀ ਨਾਲ ਕਿਸੇ ਨੇ ਧਾਗਾ ਬਣ ਕੇ ਸਮੁੰਦਰ 'ਚ ਸੁੱਟਿਆ ਕਿ ਇਹ ਲੂਣ ਦੀ ਡਲੀ ਮੈਨੂੰ ਆ ਕੇ ਦੱਸ ਕਿ ਸਮੁੰਦਰ ਕਿੰਨਾ ਡੂੰਘਾ ਹੈ। ਜਦ ਉਹਨੇ ਧਾਗਾ ਉੱਪਰ ਨੂੰ ਖਿੱਚਿਆ ਤਾਂ ਉਸੇ ਵਕਤ ਧਾਗਾ ਖਾਲੀ ਉੱਪਰ ਆਇਆ। ਉੱਪਰ ਆਈ ਹੋਈ ਨਹੀਂ ਲੂਣ ਦੀ ਡਲੀ। ਕਿਵੇਂ ਨਹੀਂ ਆਈ? ਕਿਉਂਕਿ ਪਾਣੀ 'ਚ ਆਪ ਘੁਲ ਮਿਲ ਕੇ ਪਾਣੀ ਦਾ ਹੀ ਰੂਪ ਹੋ ਗਈ। ਹੁਣ ਆ ਕੇ ਦੱਸੇ ਕੌਣ ਭਾਈ ਕਿ ਸਮੁੰਦਰ ਕਿੰਨਾ ਡੂੰਘਾ ਹੈ। ਇਉਂ ਜਿਹੜੀ ਬਿਰਤੀ ਤੂੰ ਕਰਦੀ ਤੂੰ ਦੇ ਵਿੱਚ ਹੀ ਸਮਾ ਗਈ। ਹੁਣ ਜੇ ਤਾਂ ਕਬੀਰ ਬਾਕੀ ਬਚਿਆ ਹੋਵੇ ਫਿਰ ਤਾਂ ਆ ਕੇ ਦੱਸੇ ਦੁਨੀਆ ਨੂੰ ਵੀ ਰੱਬ ਇਸ ਤਰ੍ਹਾਂ ਦਾ ਹੈ। ਕਬੀਰ ਤਾਂ ਬਾਣੀ ਬ੍ਰਹਮ ਗਿਆ,
राम संत में भेद किश नाही, एक जन कई में लाख करोरी। सो इस वास्ते जितों अविद्या करके ये वखरी हुई सी, ਉਹਦੇ ਵਿੱਚ ही जाके ये लय हो गई है। काशी हाँ जी पढ़ दो। काशी ते तुन उपजै। ਇਹ ਜਿਹੜੀ ਸ੍ਰਿਸ਼ਟੀ ਹੈ ਚੇਤਨ ਸਰੂਪ ਬ੍ਰਹਮ ਦੇ ਵਿੱਚੋਂ ਪੈਦਾ ਹੋਈ ਸੀ, ਇਹਦੀ ਆਵਾਜ਼ ਉਹਦੇ ਚੋਂ ਨਿਕਲੀ ਸੀ। ਤੁਨ ਕਾਸੀ ਜਾਈ। ਵਿਦਿਆ ਕਰਕੇ ਮੈਂ ਤੇ ਤੂੰ ਦੀ ਆਵਾਜ਼ ਅੰਦਰੋਂ ਪ੍ਰਗਟ ਹੋਈ ਸੀ। ਕਾਸੀ ਫੂਟੀ ਪੰਡਤਾ। ਜਿਸ ਜਦ ਇਹ ਸ੍ਰਿਸ਼ਟੀ ਰੂਪ ਕਹਿ ਫੁੱਟ ਗਈ ਘੜਿਆਲ, ਇਹ ਸਰੀਰ ਦੀ ਜਿਹੜੀ ਘੰਟੀ ਸੀ ਫੁੱਟ ਗਈ, ਤਾਂ ਉਸ ਵਕਤ ਧੁਨ ਕਹਾਂ ਸਮਾਈ। ਦਸ ਆਵਾਜ਼ ਕਿੱਥੇ ਸਮਾ ਗਈ? ਧੁਨ ਕਾਸੀ ਜਾਈ, ਅੰਤ ਨੂੰ ਅਵਿਦਿਆ ਤੇ ਨਿਵਰਤ ਹੋਣ ਕਰਕੇ ਪਾਰ ਬ੍ਰਹਮ ਚ ਲੀਨ ਹੋ ਗਈ। ਤ੍ਰਿਕੁਟੀ ਸੰਦ ਮੈਂ ਪੇਖਿਆ। ਜਦ ਮੈਂ ਰਜੋ ਤਮੋ ਸਤੋ ਜਾਂ ਕਰਤਾ ਕਰਮ ਕਿਰਿਆ ਜਾਂ ਧਿਆਤਾ ਧਿਆਨ ਦੇ ਜਾਂ ਪਰਮਾਤਾ ਪ੍ਰਮਾਣ ਪਰੀ ਜਾਂ ਇੜਾ ਪਿੰਗਲਾ ਸੁਖਮਨਾ ਰੂਪ ਤ੍ਰਿਪੁਟੀ ਚ ਪਰਮੇਸ਼ਰ ਨੂੰ ਸੰਧ ਮਿਲਿਆ ਹੋਇਆ ਵੇਖਣਾ ਕੀਤਾ। ਘਟ ਹੂੰ ਘਟ ਜਾਗੀ। ਜਦ ਹੂ ਨਿਸ਼ਚੇ ਕਰਕੇ ਮੇਰੇ ਘਟ ਹਿਰਦੇ ਦੇ ਅੰਦਰ ਘਟ ਇੱਕ ਰਸ ਗੁਰਾਂ ਦੁਆਰਾ ਬ੍ਰਹਮਾਕਾਰ ਬਿਰਤੀ ਜਾਗ ਪਈ, ਜਾਂ ਜਦ ਅੰਤਰਕਰਨ ਦੇ ਅੰਦਰੋਂ ਸਰੂਪ ਦੇ ਆਨੰਦ ਨੂੰ ਘਟਾਉਣ ਵਾਲੀ ਅਵਿਦਿਆ ਘਟ ਗਈ, ਨਿਵਰਤ ਹੋ ਗਈ, ਜਾਂ ਜਿਸ ਦੀ ਘਟ ਹੂੰ ਘਟ ਘਟਾਂ ਘਟਾਂ ਦੀ ਚੇਤਨਤਾ ਜਾਗੀ ਹੋਈ ਹੈ, ਉਹ ਮੈਂ ਰਜੋ ਤਮੋ ਸਤੋ ਜਾਂ ਧਿਆਤਾ ਧਿਆਨ ਦੀ ਆਦਿਕ ਤ੍ਰਿਕੁਟੀ 'ਚ ਮਿਲਿਆ ਹੋਇਆ ਉਸ ਵਾਹਿਗੁਰੂ ਨੂੰ ਵੇਖਿਆ ਹੈ। ਐਸੀ ਬੁੱਧ ਸਮਾਚਾਰੀ। ਅਜਿਹੀ ਆਤਮ ਸ਼ੈਣੀ ਬੁੱਧੀ ਸਮ ਅਚਰੀ ਭਲੀ ਪ੍ਰਕਾਰ ਗ੍ਰਹਿਣ ਕੀਤੀ, ਭਾਵ ਮੈਨੂੰ ਪ੍ਰਾਪਤ ਹੋਈ। ਕਾਟ ਮਾਹੇ ਤਿਆਗੀ। ਤਦ ਮੈਂ ਹਿਰਦੇ ਦੇ ਵਿੱਚੋਂ ਹੰਗਤਾ ਮਮਤਾ ਛੱਡ ਦਿੱਤੀ, ਨਿਵਰਤ ਕਰ ਦਿੱਤੀ। ਆਪ ਆਪ ਤੇ ਜਾਣਿਆ। ਜੋ ਪਰਮੇਸ਼ਰ ਆਪ ਹੀ ਸਾਰਿਆਂ ਦਾ ਸਾਖੀ ਰੂਪ ਤੇ ਆਪ ਹੀ ਅਦਵੈਤ ਆਨੰਦ ਰੂਪ ਹੈ, ਉਸ ਗੁਰੂ ਦੀ ਕਿਰਪਾ ਤੋਂ ਜਾਣਨਾ ਕੀਤਾ। ਇਸੇ ਪ੍ਰਕਾਰ ਆਪ ਆਪ ਤੇ ਜਾਣਿਆ। ਜਦ ਆਪਣੇ ਅੰਤःਕਰਨ ਦੇ ਅੰਦਰ ਤੁੰਗਪਦ ਦੇ ਲੱਖ ਅਰਥ ਦੁਆਰਾ ਆਪਣਾ ਸਰੂਪ ਤਤਪਦ ਦਾ ਲੱਖ ਅਰਥ ਰੂਪ ਕਰਕੇ ਜਾਣ ਲਿਆ, ਇਸੇ ਪ੍ਰਕਾਰ ਆਪ ਆਪ ਤੇ ਜਾਣਿਆ। ਆਪਣੇ ਅੰਤःਕਰਨ ਦੇ ਅੰਦਰ ਸਰੂਪ ਦੇ ਗਿਆਨ ਦੀ ਪ੍ਰਾਪਤੀ ਕਰਕੇ ਸਾਖੀ ਰੂਪ ਨੂੰ ਜਾਣ ਲਿਆ ਹੈ। ਇਸੇ ਪ੍ਰਕਾਰ ਆਪ ਆਪ ਤੇ ਜਾਣਿਆ। ਗੁਰੂ ਉਪਦੇਸ਼ ਦੁਆਰਾ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਬ੍ਰਹਮ ਨੂੰ ਆਪਣਾ ਭਾਵ ਆਪਣਾ ਆਤਮ ਰੂਪ ਕਰਕੇ ਜਾਣ ਲਿਆ ਹੈ। ਤੇਜ ਤੇਜ ਸਮਾਨਾ। ਤਦ ਪਰਤਕ ਚੇਤਨ ਅਦਵੈਤ ਆਨੰਦ ਚੇਤਨ ਵਿੱਚ ਸਮਾ ਗਿਆ। ਪਰਤਕ ਜੋ ਸਾਡੀ ਆਤਮਾ ਹੈ, ਜੋ ਸਾਡੇ ਸਰੀਰ 'ਚ ਵਾਹਿਗੁਰੂ ਦੀ ਜੋਤ ਹੈ, ਅਤੇ ਅਦਵੈਤ ਆਨੰਦ ਚੇਤਨ ਜੋ ਪਾਰ ਬ੍ਰਹਮ ਪਰਮੇਸ਼ਰ ਉਹਦੇ ਵਿੱਚ ਲੀਨ ਹੋ ਗਿਆ। ਜਿਵੇਂ ਅੱਗ ਦਾ ਤੇਜ ਅੱਗ ਵਿੱਚ ਸਮਾ ਜਾਂਦਾ ਹੈ, ਇੰਝ ਪਰਤਕ ਤੇਜ ਚੇਤਨ ਦਾ ਜੋ ਤੇਜ ਹੈ ਅਦਵੈਤਾ ਆਨੰਦ ਦੇ ਵਿੱਚ, ਜੋ ਦਵੈਤ ਤੋਂ ਰਹਿਤ ਹੈ, ਉਸ ਆਨੰਦ ਦੇ ਵਿੱਚ ਸਮਾ ਜਾਂਦਾ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਜਿੰਨਾ ਚਿਰ ਸਰੀਰ ਬਣਿਆ ਹੋਇਆ ਉਹਨਾਂ ਚਿਰ ਸੰਪੂਰਨ ਆਨੰਦ ਨਹੀਂ ਹੈ, ਕਿਉਂਕਿ ਉਹ ਦਵੈਤ ਹੈ। ਇੱਕ ਪਰਮੇਸ਼ਰ ਹੈ, ਇੱਕ ਸਰੀਰ ਹੈ। ਦਵੈਤ ਵਿੱਚ ਆਨੰਦ ਪੂਰਾ ਨਹੀਂ ਹੈ। ਭਾਵੇਂ ਪਰਮੇਸ਼ਰ 'ਚ ਬਿਰਤੀ ਸਮਾਈ ਹੋਈ ਹੈ, ਪਰ ਸਰੀਰ ਤਾਂ ਵੱਖਰਾ ਹੀ ਹੈ। ਜਿਵੇਂ ਘੜੇ 'ਚ ਪਾਣੀ ਪਾ ਕੇ ਪਾਣੀ 'ਚ ਰੱਖ ਦਿਓ, ਕੀ ਕਹਾਂਗੇ? ਘੜੇ 'ਚ ਪਾਣੀ ਕਿ ਪਾਣੀ 'ਚ ਘੜਾ? ਘੜੇ 'ਚ ਵੀ ਪਾਣੀ ਹੈ ਅਤੇ ਉਹ ਪਾਣੀ ਵਿੱਚ ਘੜਾ ਰੱਖਿਆ ਹੋਇਆ, ਉਹ ਵੱਖਰਾ ਕਿਵੇਂ ਹੈ? ਘੜੇ ਦੀ ਉਪਾਧੀ ਕਰਕੇ। ਡੰਡਾ ਫੜੋ, ਘੜੇ ਨੂੰ ਫੋੜ ਦਿਓ, ਪਾਣੀ ਪਾਣੀ 'ਚ ਮਿਲ ਜਾਂਦਾ। ਮੁੜ ਕੇ ਕੋਈ ਘੜੇ ਦਾ ਪਾਣੀ ਲੱਭ ਕੇ ਦਿਖਾਏ। ਇਉਂ ਜਿੰਨਾ ਚਿਰ ਸਰੀਰ ਹੈ ਉਨਾ ਚਿਰ ਘੜੇ ਦੀ ਤਰ੍ਹਾਂ ਵੱਖ ਪ੍ਰਤੀਤ ਹੁੰਦਾ ਹੈ। ਜਿਸ ਮਰਨ ਤੋਂ ਦੁਨੀਆ ਡਰਦੀ ਪਈ ਹੈ ਵੀ ਹਾਏ ਮਾਰੀ ਨਾ ਜਾਈਏ ਕਿਤੇ,
ਕੋਈ ਮੌਤ ਦਾ ਨਾਮ ਲੈਣਾ ਪਸੰਦ ਨਹੀਂ ਕਰਦਾ। ਕਬੀਰ ਜੀ ਕਹਿੰਦੇ ਉਸ ਮਰਨ ਤੋਂ ਮੇਰੇ ਮਨ 'ਚ ਆਨੰਦ ਹੈ। ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ। ਕਿਉਂ? ਕਿਉਂਕਿ ਸਰੀਰ ਸਮਾਪਤ ਹੋਣ ਤੋਂ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਮਰਨ ਤੋਂ ਹੀ ਅਸਲ ਪੂਰਨ ਪਰਮ ਆਨੰਦ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਇੰਜ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਆਪੇ ਆਪ ਤੇ ਜਾਣਿਆ। ਜਦ ਆਪਣੇ ਆਪ ਤੋਂ ਭਾਵ ਸਵੈ ਅਨੁਭਵ ਤੋਂ ਜਾਂ ਸ਼ੁੱਧ ਮਨ ਤੋਂ ਜਾਣ ਲਿਆ, ਤੇਜ ਤੇਜ ਸਮਾਨਾ। ਆਤਮਾ ਦਾ ਜੋ ਤੇਜ ਪ੍ਰਕਾਸ਼ ਸੀਗਾ ਉਹ ਤੇਜ ਚੇਤਨ ਬ੍ਰਹਮ ਦੇ ਵਿੱਚ ਸਮਾ ਗਿਆ। ਇਸੇ ਪ੍ਰਕਾਰ ਆਪੇ ਆਪ ਤੇ ਜਾਣਿਆ। ਆਪ ਮਤਲਬ ਹੈ ਪਾਣੀ ਦਾ। ਜਿਵੇਂ ਪਾਣੀ ਤੇ ਆਪ ਪਾਣੀ ਆਪਸ 'ਚ ਭੇਦ ਹੋਇਆ ਜਾਣੀਦਾ ਹੈ। ਅਤੇ ਤੇਜ ਤੇਜ ਸਮਾਨਾ। ਅੱਗ ਨਾਲ ਤੇਜ ਅੱਗ ਸਮਾ ਜਾਂਦੀ ਹੈ। ਤਿਵੇਂ ਹੀ ਬ੍ਰਹਮ ਸਾਰੀਆਂ ਥਾਵਾਂ ਸਾਰੇ ਸਰੀਰਾਂ ਸਮਾਇਆ ਹੋਇਆ। ਜਿਵੇਂ ਸ੍ਰੀ ਦਸਮ ਗ੍ਰੰਥ ਦੇ ਵਿੱਚ ਅਕਾਲ ਉਸਤਤ ਦੇ ਅੰਦਰ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਹੀ ਸੁੰਦਰ ਬਚਨ ਨੇ। ਉਹ ਫਰਮਾਉਂਦੇ ਨੇ, ਜੈਸੇ ਏਕ ਆਗ ਤੇ ਕਨੋਕਾ ਕੋਟ ਆਗ ਉਠੇ। ਇੱਕ ਅੱਗ ਤੋਂ ਕਰੋੜਾਂ ਹੀ ਚੰਗਿਆੜੇ ਉੱਠਦੇ ਹਨ। ਅੱਗ ਦੇ ਚੰਗਿਆੜੇ ਕਰੋੜਾਂ ਹੀ ਪੈਦਾ ਹੁੰਦੇ ਨੇ। ਨਿਆਰੀ ਨਿਆਰੀ ਹੋਏ ਕੇ ਫਿਰ ਆਗ ਮੇ ਮਿਲਾਹੇਂਗੇ। ਵੱਖੋ ਵੱਖ ਹੋ ਕੇ ਜਾਪਦੇ ਨੇ ਵੀ ਵੱਖੋ ਵੱਖ ਨੇ, ਫਿਰ ਉਹ ਫੜਕ ਫੜਕ ਕਰਕੇ ਅੱਗ ਦੇ ਵਿੱਚ ਹੀ ਸਮਾ ਜਾਂਦੇ ਨੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ। ਧੂੜੀ ਇੱਕ ਹੀ ਹੈ। ਇੱਕ ਹੁੰਦੀ ਮਿੱਟੀ, ਵਾਹਣ ਦੀ ਮਿੱਟੀ, ਵੱਡੇ ਵੱਡੇ ਡਲੇ, ਮੋਟੇ ਮੋਟੇ ਢੇਲੇ। ਜਿਹੜੀ ਧੂੜ ਹੁੰਦੀ ਉਹਨੂੰ ਕਹਿੰਦੇ ਗਰਦ, ਬਰੀਕ, ਜਿਹੜੀ ਉੱਡ ਉੱਡ ਕੇ ਪਤਾ ਹੀ ਨਹੀਂ ਲੱਗਦਾ, ਅੱਖਾਂ ਦੇ ਭਰਵੱਟਿਆਂ ਦੀ ਪੈ ਜਾਂਦੀ ਹੈ, ਪੱਗ 'ਤੇ ਪੈ ਜਾਂਦੀ ਹੈ। ਇਉਂ ਇੱਕ ਜਿਹੜੀ ਧੂੜ ਮਿੱਟੀ ਹੈ ਉਹਦੇ ਤੋਂ ਅਨੇਕ ਧੂਰ ਪੂਰਤ ਹੈ। ਅਨੇਕਾਂ ਹੀ ਜਿਹੜੇ ਧੂਰ ਦੇ ਕਿਣਕੇ ਨੇ ਉਹ ਭਰੇ ਜਾਂਦੇ ਨੇ, ਵਿੱਚੋਂ ਪੈਦਾ ਹੁੰਦੇ ਨੇ। ਧੂਰ ਕੇ ਕਨੁਕਾ ਫਿਰ ਧੂਰ ਹੀ ਸਮਾਹੇਂਗੇ। ਉਹ ਧੂੜੀ ਦੇ ਕਿਣਕੇ ਮੁੜ ਕੇ ਧੂੜੀ ਦੇ ਵਿੱਚ ਹੀ ਸਮਾ ਜਾਂਦੇ ਹਨ। ਜੈਸੇ ਏਕ ਨਾਦ ਤੇ ਤਰੰਗ ਕੋਟ ਉਪਜਤ ਹੈ। ਨਦੀ ਇੱਕ ਹੈ, ਦਰਿਆ ਇੱਕ ਹੈ। ਜਦ ਆ ਵੇਖੋ ਕੱਲ੍ਹ ਦੀ ਹਵਾ ਵਗ ਰਹੀ ਹੈ। ਹਵਾ ਦੇ ਸੰਬੰਧ ਨਾਲ ਅਨੇਕਾਂ ਹੀ ਤਰੰਗ, ਕਰੋੜਾਂ ਹੀ ਲਹਿਰਾਂ ਉਪਜਦੀਆਂ ਨੇ। ਪਾਣ ਕੇ ਤਰੰਗ ਸਭੈ ਪਾਣ ਹੀ ਕਹਾਂ ਹੈਂਗੇ। ਉਹ ਜਿਹੜੇ ਪਾਣੀ ਦੇ ਤਰੰਗ ਨੇ, ਪਾਣੀ ਦੀਆਂ ਲਹਿਰਾਂ ਨੇ, ਆਖਰ ਹਵਾ ਸਮਾਪਤ ਹੋਣ ਤੋਂ ਪਾਣੀ 'ਚ ਹੀ ਸਮਾ ਜਾਂਦੀਆਂ ਨੇ। ਹਵਾ ਦੇ ਸੰਬੰਧ ਕਰਕੇ ਉਹ ਲਹਿਰਾਂ ਵੱਖਰੀਆਂ ਜਾਪਦੀਆਂ, ਅਤੇ ਜਦ ਹਵਾ ਬੰਦ ਹੋ ਜਾਂਦੀ ਉਹ ਪਾਣੀ 'ਚ ਹੀ ਸਮਾ ਜਾਂਦੀਆਂ। ਤੈਸੇ ਵਿਸ਼ਵ ਰੂਪ ਤੇ ਆ ਭੂਤ ਭੂਤ ਪ੍ਰਗਟ ਹੋਏ। ਇਸੇ ਪ੍ਰਕਾਰ ਵਿਸ਼ਵ ਜਿਹੜਾ ਸੰਸਾਰ ਨੂੰ ਰਚਣ ਵਾਲਾ ਵਾਹਿਗੁਰੂ ਵਿਸ਼ਨੂੰ ਪ੍ਰਭੂ ਪਰਮਾਤਮਾ ਵਾਹਿਗੁਰੂ ਹੈ, ਉਹਦੇ ਤੋਂ ਤੱਤ ਪੈਦਾ ਹੋਏ ਹਨ। ਉਹਨਾਂ ਤੱਤਾਂ ਤੋਂ ਹੀ ਸਰੀਰ ਬਣੇ ਨੇ। ਤਾਹੀ ਤੇ ਉਪਜੇ ਸਭੈ ਤਾਹੀ ਮੈਂ ਸਮਾਹੇਂਗੇ। ਇਉਂ ਪੰਜ ਤੱਤ ਕਰ ਤੁਧ ਸ੍ਰਿਸ਼ਟ ਸਭ ਸਾਜੀ। ਇਹ ਵਾਹਿਗੁਰੂ ਜੀ ਪੰਜਾਂ ਤੱਤਾਂ ਕਰਕੇ ਤੂੰ ਸਾਰੀ ਸ੍ਰਿਸ਼ਟੀ ਸਾਜੀ ਬਣਾਈ ਹੋਈ ਹੈ। ਕੋਈ ਛੇਵਾਂ ਕਰਿਓ, ਕੋਈ ਛੇਵਾਂ ਕਰਕੇ ਦਿਖਾਏ ਭਲਾ ਸਹੀ। ਬੜੇ ਵੱਡੇ ਸਾਇੰਸਦਾਨ ਜਿਹੜੇ ਕਹਿੰਦੇ ਨੇ ਕਿ ਅਸੀਂ ਆਹ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਬਹੁਤ ਜ਼ਿਆਦਾ ਖੋਜਾਂ ਕਰਦੇ ਨੇ। ਉਹ ਪੰਜਾਂ ਤੱਤਾਂ ਦੇ ਵਿੱਚੋਂ ਹੀ ਖੋਜਾਂ ਕਰਦੇ ਨੇ। ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਵਾਲੇ ਕੋਈ ਆਪਦਾ ਨਵਾਂ ਤੱਤ ਬਣਾ ਕੇ ਭਲਾ ਦਿਖਾਉਣ ਸਹੀ, ਨਹੀਂ ਬਣਾ ਸਕਿਆ ਅੱਜ ਤੱਕ ਕੋਈ ਵੀ। ਇਉਂ ਹੇ ਵਾਹਿਗੁਰੂ ਪੰਜ ਤਾਂ ਤੇਰੇ ਤੋਂ ਹੀ ਪੈਦਾ ਹੋਏ ਨੇ। ਤੇਰੇ ਤੋਂ ਪੈਦਾ ਹੋ ਕੇ ਇਹਨਾਂ ਪੰਜਾਂ ਤੱਤਾਂ ਦੇ ਵਿੱਚੋਂ ਸ੍ਰਿਸ਼ਟੀ ਸਰੀਰ ਪੈਦਾ ਹੋ ਕੇ ਫਿਰ ਪੰਜਾਂ ਤੱਤਾਂ ਜੀ ਅੰਤ ਨੂੰ ਸਮਾ ਜਾਂਦੀ ਹੈ ਅਤੇ ਤੱਤ ਤੇਰੇ ਵਿੱਚ ਲੀਨ ਹੋ ਜਾਂਦੇ ਨੇ। ਤੇਜ ਜਿਉਂ ਤੇਜ ਮੈਂ ਤੇਜ ਜੈਸੇ ਤੇਜ ਲੀਨ। ਜਿਵੇਂ ਜਿਹੜੀ ਅੱਗ ਹੈ ਉਹਦਾ ਜਿਹੜਾ ਤੇਜ ਪ੍ਰਕਾਸ਼ ਹੈ ਅੱਗ ਦੇ ਵਿੱਚ ਹੀ ਲੀਨ ਹੋ ਜਾਂਦਾ। ਤਾਂ ਹੀ ਤੇ ਉਪਜ ਸਭੈ ਤਾਂ ਹੀ ਮੈਂ ਸਮਾਹੇਂਗੇ। ਇੰਝ ਹੀ
ਪ੍ਰਕਾਸ਼ ਰੂਪ ਬ੍ਰਹਮ ਤੋਂ ਇਹ ਜੀਵ ਜੰਤੂ ਪੈਦਾ ਹੁੰਦੇ ਨੇ, ਪੈਦਾ ਹੋ ਕੇ ਉਸ ਪ੍ਰਕਾਸ਼ ਰੂਪ ਦੇ ਵਿੱਚ ਹੀ ਸਮਾ ਜਾਂਦੇ ਹਨ। ਇਉਂ ਕਬੀਰ ਸਾਹਿਬ ਫਰਮਾਉਂਦੇ ਨੇ, ਕਾਹੋ ਕਬੀਰਾ ਅਬ ਜਾਨਿਆ, जब हम होते तब तू नाही, अब तू ही मैं नाही, अनल अगम जैसे लहर मयोदत, जल केवल जल माही। माधवे क्या कहिए भ्रम ऐसा, जैसा मानिया होए ना तैसा रहाओ। नरपत एक सिंहासन सोया, सुपने भया भिखारी, अछत राज बिशरत दुख पाया, सोगत भई हमारी। ਕਬੀਰ ਜੀ ਕਹਿੰਦੇ ਨੇ, ਜਦ ਮੈਂ ਸੀਗਾ ਉਦੋਂ ਤੂੰ ਨਹੀਂ ਸੀਗਾ, ਜਦ ਹੁਣ ਤੂੰ ਆ ਗਿਆ ਤੇ ਮੇਰੀ ਮੈਂ ਮੁੱਕ ਗਈ। ਹੁਣ ਮੈਂ ਇਸ ਮਨੁੱਖਾ ਜਨਮ ਰੂਪ ਸਮੇਂ ਦੇ ਵਿੱਚ ਆਪਦੇ ਸਰੂਪ ਨੂੰ ਸਾਖਿਆਤ ਪ੍ਰਗਟ ਕਰਕੇ ਜਾਣ ਲਿਆ ਹੈ ਕਿ ਬ੍ਰਹਮ ਮੇਰੇ ਵਿੱਚ ਹੀ ਵਸਦਾ ਹੈ। ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਕਾਹੇ ਰੇ ਬਨ ਖੋਜਨ ਜਾਈ। ਇਹ ਗੁਰਮੁਖਾ ਕਾਹਦੇ ਲਈ ਤੂੰ ਜੰਗਲਾਂ 'ਚ ਲੱਭਦਾ ਫਿਰਦਾ ਹੈ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਉ। ਪੋਹ ਪਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਅਰ ਬਸੇ ਨਿਰੰਤਰ, ਘਾਟੀ ਹੀ ਖੋਜੋ ਪਾਈ। ਇਹ ਮੇਰੇ ਭਰਾਵਾ, ਤੂੰ ਆਪਦੇ ਹਿਰਦੇ 'ਚੋਂ ਕਿਉਂ ਨਹੀਂ ਵਾਹਿਗੁਰੂ ਨੂੰ ਲੱਭ ਲੈਂਦਾ। ਇਸ ਲਈ ਅਸੀਂ ਹੁਣ ਨਾਵੇਂ ਪਾਤਸ਼ਾਹ ਦੀ ਕਿਰਪਾ ਦੇ ਨਾਲ ਅੰਦਰੋਂ ਜਾਣ ਲਿਆ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੇ। ਗੋਬਿੰਦ ਮਨ ਮਨ, ਜਾਣਿਆ ਕਿਵੇਂ ਹੈ, ਕਿਉਂਕਿ ਮੇਰਾ ਮਨ, ਮੇਰਾ ਚਿੱਤ ਜੋ ਗੋਬਿੰਦ ਪਰਮੇਸ਼ਰ ਤੇ ਮੰਨ ਗਿਆ ਹੈ। ਬਿਲਾਵਲ, ਬਿਲਾਵਲ ਰਾਗ ਦੇ ਵਿੱਚ ਕਬੀਰ ਜੀ ਨੇ ਪਾਵਨ 12ਵਾਂ ਸ਼ਬਦ ਉਸ ਵਕਤ ਉਚਾਰਿਆ। ਇੱਕ ਦੇਵਾਨਾਮੇ ਪੰਡਤ ਕਬੀਰ ਜੀ ਦੇ ਕੋਲ ਆਇਆ। ਜਿੰਨੀ ਵੀ ਬਾਣੀ ਹੈ ਅੰਦਰ ਕੁੰਡਾ ਮਾੜ ਕੇ ਨਹੀਂ ਉਚਾਰੀ, ਕੀਰਤਨ ਤਾਂ ਸੰਗਤ 'ਚ ਹੀ ਫੱਬਦਾ ਹੈ। ਉਹ ਤਾਂ ਬੰਦਾ ਜਾਪੂਗਾ ਵੀ ਸੰਘ ਪਾਠ ਹੈ, ਕੀ ਕਰ ਰਿਹਾ, ਡਿਸਟਰਬ ਕਰ ਰਿਹਾ, ਸਾਨੂੰ ਸੌਣ ਹੀ ਨਹੀਂ ਦਿੰਦਾ। ਘਰ ਦੇ ਤਾਂ ਹੀ ਦੁਖੀ ਹੋ ਜਾਣਗੇ। ਇਹ ਜਿੰਨੀਆਂ ਆਵਾਜ਼ਾਂ ਮੂਜਾਂ ਗੁਰਦੁਆਰੇ ਚੰਗੀਆਂ ਲੱਗਦੀਆਂ ਨੇ। ਤੋ ਇਸ ਵਾਸਤੇ ਇਹ ਜਿਹੜੀ ਗੁਰਬਾਣੀ ਹੈ ਸਾਡੇ ਗੁਰੂਆਂ ਨੇ, ਭਗਤਾਂ ਨੇ ਅੰਦਰ ਵੜ ਕੇ ਨਹੀਂ ਲਿਖੀ ਜਾਂ ਉਚਾਰੀ, ਜਨਤਾ ਦੇ ਵਿੱਚ ਕੋਈ ਬਹਾਨਾ ਬਣਿਆ ਹੈ। ਜਿਵੇਂ ਆਮ ਵਿਦਵਾਨ ਕਹਿੰਦੇ ਜੀ ਤਾਂ ਸਾਖੀਆਂ ਜਾਂ ਉਥਾਨਕਾ ਆਪਦੇ ਕੋਲੋਂ ਸੁਣਾਈ ਜਾਂਦੇ, ਇਸ ਤਰ੍ਹਾਂ ਨਹੀਂ ਹੈ। ਕੋਈ ਸੰਗਤ ਆਈ ਹੈ, ਜਿਸ ਤਰ੍ਹਾਂ ਦੱਖਣੀ ਓਂਕਾਰ ਦੱਖਣ ਦੇਸ਼ ਦੀ ਸੰਗਤ ਆਈ, ਦੱਖਣੀ ਮਹੱਲਾ ਪੰਜਵਾ, ਉਹਦੇ ਵਿੱਚ ਵੀ ਦੱਖਣ ਦੇਸ਼ ਦੀ ਸੰਗਤ ਦੇ ਪ੍ਰਤਾਏ ਦੱਖਣੀ ਉਚਾਰੇ ਨੇ। ਇਉਂ ਜਿਵੇਂ ਗੋਪਾਲ ਪਾਂਧੇ ਨੂੰ ਉਪਦੇਸ਼ ਦਿੱਤਾ ਅਤੇ ਨੂਰਦੀਨ ਮੁੱਲਾ ਕਾਜੀ ਨੂੰ ਉਪਦੇਸ਼ ਬਖਸ਼ਿਆ ਫਾਰਸੀ ਦੇ ਵਿੱਚ। ਨਹੀਂ ਤਾਂ ਫਾਰਸੀ ਬੋਲਣ ਦੀ ਮਹਾਰਾਜ ਨੂੰ ਕੀ ਲੋੜ ਪੈ ਗਈ, ਜਾਂ ਕਰਜ ਗੁਫਤੋਂ ਪੇਸ਼ ਤੋਂ। ਜੇ ਸਾਡੇ ਨਾਲ ਗੁਰੂ ਸਾਹਿਬ ਗੱਲ ਕਰਨਗੇ ਤਾਂ ਪੰਜਾਬੀ 'ਚ ਹੀ ਕਰਨਗੇ, ਜੇ ਮੁਸਲਮਾਨਾਂ ਕਰਦੇ ਤਾਂ ਫਾਰਸੀ। ਇਹ ਗੁਰੂਆਂ ਦਾ ਆਪਦਾ ਤਰੀਕਾ ਸੀਗਾ, ਉਹਦੀ ਆਪਦੀ ਬੋਲੀ 'ਚ ਮਹਾਰਾਜ ਸਮਝਾਉਂਦੇ। ਇਉਂ ਇਹ ਸਾਰਾ ਇਹ ਬਹਾਨਾ ਪ੍ਰੋਵੀਜ਼ਨ ਬਣੀ ਹੈ ਗੁਰਬਾਣੀ ਦੀ, ਤਾਂ ਬਾਣੀ ਮਹਾਰਾਜ ਨੇ ਉਚਾਰੀ ਹੈ। ਕਬੀਰ ਜੀ ਪੰਡਤ ਲੋਕ ਇਹਨਾਂ ਦੇ ਨਾਲ ਚਰਚਾ ਕਰਦੇ ਰਹਿੰਦੇ। ਦੀਵਾਨਾਮੇ ਪੰਡਤ ਕਬੀਰ ਸਾਹਿਬ ਜੀ ਦੇ ਕੋਲ ਆਇਆ ਅਤੇ ਆ ਕੇ ਕਹਿਣ ਲੱਗਾ ਕਿ ਕਿਰਪਾ ਕਰਕੇ ਮੇਰੇ ਅੰਦਰ ਗਿਆਨ ਦਾ ਪ੍ਰਕਾਸ਼ ਕਰੋ ਜੀ। ਇਹ ਸੁਣ ਕੇ ਭਗਤ ਕਬੀਰ ਸਾਹਿਬ ਨੇ ਉਹਨੂੰ ਪਰਮੇਸ਼ਰ ਨਾਲ ਲਿਵ ਲਾਉਣ ਵਾਸਤੇ ਸਿੱਖਿਆ ਦਿੰਦੇ ਆ ਇਹ ਪਾਵਨ ਸ਼ਬਦ ਉਚਾਰਿਆ। ਪਿਆਰ ਨਾਲ ਸੁਣੋ। ਬਿਲਾਵਲ ਰਾਗ ਅੰਦਰ ਕਬੀਰ ਜੀ ਦਾ 12ਵਾਂ ਸ਼ਬਦ ਹੈ। ਚਰਨ ਕਮਲ ਜਾ ਕੈ ਹਿਰਦੈ ਬਸਹਿ। ਇਹ ਦੀਵਾ ਪੰਡਤ ਜਿਹਦੇ ਹਿਰਦੇ, ਜਿਹਦੇ ਚਿੱਤ ਅੰਦਰ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਧਿਆਨ ਵਸ ਜਾਂਦਾ ਹੈ। ਸੋ ਜਨ ਕਿਉਂ ਡੋਲੈ ਦੇਵਾ। ਇਹ ਦੀਵਾ ਪੰਡਤ ਉਹ ਪੁਰਖ ਮਿਥਿਆ ਪਦਾਰਥਾਂ ਦੇ ਵਿੱਚ ਕਿਹਦੇ ਲਈ ਡੋਲੇਗਾ। ਉਹ ਪੁਰਖ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਛੱਡ ਕੇ ਮਿਥਿਆ ਪਦਾਰਥਾਂ 'ਚ ਭਲਾ ਡੋਲੇਗਾ ਕਿਉਂ? ਨਹੀਂ ਡੋਲੇਗਾ। ਡਿੱਗੇ ਨਾ ਡੋਲੇ ਦ੍ਰਿੜ ਕਰ ਰਹੇ ਹੋ।
पूर्ण होए तृपतानी। मानो सब सुख नौ निध ताकै, ਇਹ ਦੀਵਾ ਪੰਡਤ ਜਿਹੜਾ ਪੁਰਖ सहज सहज जस बोलै देव। ਸਹਿਜੇ ਸਹਿਜੇ ਇੱਕ ਰਸ, ਸਾਡਾ ਕੰਮ ਕਾਹਲੀ ਦਾ ਨਹੀਂ ਹੈ, ਕਾਹਲੀ ਕਰਨੀ ਵੀ ਚਾਹੀਏ ਤੇ ਹੁੰਦੀ ਨਹੀਂ ਹੈ। ਇਹ ਸਹਿਜ ਦਾ ਕੰਮ ਹੈ, ਹੌਲੀ ਹੌਲੀ। ਸੋ ਸ਼ਾਂਤੀ ਦੇ ਨਾਲ, ਐਨ ਟਿਕਾ ਦੇ ਨਾਲ, ਜਾਂ ਸਹਿਜ ਇੱਕ ਅਵਸਥਾ ਦਾ ਨਾਮ ਹੈ, ਜਿਸ ਅਵਸਥਾ 'ਚ ਗੁਰੂਆਂ ਤੇ ਭਗਤਾਂ ਨੇ ਬੈਠ ਕੇ ਬਾਣੀ ਉਚਾਰੀ ਹੈ। ਜੇ ਉਸੇ ਅਵਸਥਾ ਵਾਲਾ ਬ੍ਰਹਮ ਗਿਆਨੀ ਹੋਵੇ ਤਾਂ ਬਾਣੀ ਨੂੰ ਸਮਝ ਸਕਦਾ। ਆਪਾਂ ਤਾਂ ਪੜ੍ਹ ਪੁੜ ਕੇ ਹੀ ਡੰਗ ਟਪਾਉਂਦੇ ਆ ਟਾਈਮ ਸਫਲ ਹੋਵੇ। ਇਸ ਲਈ ਇੱਕ ਬਹਾਨਾ ਹੈ ਵੀ ਆਓ ਭਾਈ ਵਿਚਾਰ ਕਰੀਏ। ਜੇ ਕਹੀਏ ਵੀ ਪੂਰਨ ਤੌਰ 'ਤੇ ਕਥਾ ਹੋ ਗਈ ਜਾਂ ਸਮਝ ਲਿਆ ਜਾਂ ਸਮਝਾਤਾ, ਇੱਥੇ ਕੋਈ ਸਮਝਣ ਸਮਝਾਉਣ ਵਾਲੀ ਬਾਤ ਨਹੀਂ ਹੈ। ਇਹ ਤਾਂ ਇੱਕ ਬਸ ਆਨੰਦ ਹੈ ਆਪ ਦਾ, ਜਿੰਨਾ ਕੁ ਮਹਾਰਾਜ ਨੇ ਕਿਸੇ ਨੂੰ ਸੋਝੀ ਦਿੱਤੀ ਹੈ। ਸਹਿਜ ਨਾਮ ਹੈ ਸਰੂਪ ਦੇ ਗਿਆਨ ਦਾ, ਜਿਹਨੂੰ ਪ੍ਰਾਪਤੀ ਵਾਹਿਗੁਰੂ ਨੇ ਕਰਾ ਦਿੱਤੀ ਹੈ। ਅਸਲੀ ਕਥਾ ਤਾਂ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ। ਅਤੇ ਆਪਣਾ ਤਾਂ ਇਸ ਤਰ੍ਹਾਂ ਹਿਸਾਬ ਹੈ, ਜਿਸ ਤਰ੍ਹਾਂ ਜੋੜੇ ਘਰ ਜੋੜਿਆਂ ਦੀ ਸੇਵਾ ਹੈ, ਲੰਗਰ 'ਚ ਭਾਂਡਿਆਂ ਦੀ ਸੇਵਾ ਹੈ, ਇੰਜ ਇੱਕ ਬੋਲਣ ਦੀ ਸੇਵਾ ਹੈ। ਇਹ ਮਹਾਂਪੁਰਖਾਂ ਦੇ ਹੁਕਮ ਮੁਤਾਬਕ ਇੱਕ ਵਾਰ ਕਿਸੇ ਨੇ ਮੈਨੂੰ ਕਹਿ ਦਿੱਤਾ, ਗਿਆਨੀ ਸਿੰਘ ਹੀ ਸੀ, ਕਹਿਣ ਲੱਗਾ ਵੀ ਇਸ ਤਰ੍ਹਾਂ ਤਾਂ ਬਣਦਾ ਨਹੀਂ, ਇਹ ਤਾਂ ਬ੍ਰਹਮ ਗਿਆਨੀਆਂ ਦੀ ਗੱਦੀ ਹੈ, ਮਤਲਬ ਸੰਤਾਂ ਦੀ ਗੱਦੀ ਹੈ, ਕਥਾ ਵਿਚਾਰ ਵਾਲੀ। ਸੰਤ ਹੀ ਕਰਦੇ ਫੱਬਦੇ ਨੇ, ਅਤੇ ਆਪਾਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਬਾਣੀ ਪੜ੍ਹੀਏ, ਨਿਤਨੇਮ ਕਰੀਏ, ਸਿਮਰਨ ਭਜਨ ਚਿੱਤ ਜੋੜੀਏ। ਕਮਾਈ ਤਾਂ ਹੈ ਨਹੀਂ। ਮੈਂ ਕਿਹਾ ਵੀ ਗੱਲ ਤਾਂ ਸਹੀ ਹੈ। ਅਤੇ ਮਹਾਂਪੁਰਖਾਂ ਕੋਲ ਪ੍ਰੇਮੀ ਸੰਗਤ ਹਾਜ਼ਰ ਹੋਈ, ਜਥੇਦਾਰ ਦਾ ਹੁਕਮ ਲਵਾਇਆ, ਕਹਿੰਦੇ ਲਿਆਓ ਉਹਨੂੰ, ਬੁਲਾ ਕੇ ਲਿਆਓ। ਮੈਂ ਕਿਹਾ ਜੀ ਹਾਂਜੀ ਦੱਸੋ। ਕਹਿੰਦੇ ਜਾਓ ਇਹਨਾਂ ਨਾਲ। ਮੈਂ ਕਿਹਾ ਮੈਂ ਤਾਂ ਨਹੀਂ ਜਾਣਾ। ਕਹਿੰਦੇ ਕਿਉਂ ਨਹੀਂ ਜਾਣਾ? ਮੈਂ ਕਿਹਾ ਵੀ ਇਹ ਤਾਂ ਗੱਦੀ ਬ੍ਰਹਮ ਗਿਆਨੀਆਂ ਦੀ ਹੈ। ਕਹਿੰਦੇ ਤੈਨੂੰ ਕਿੰਨੇ ਪੁੱਠੀ ਪੱਟੀ ਪੜ੍ਹਾਤੀ ਹੋਏ? ਬਾਣੀ ਤਾਂ ਜਿਹੜਾ ਮਰਜ਼ੀ ਪੜ੍ਹ ਸਕਦਾ, ਵਿਚਾਰ ਜਿਹੜਾ ਮਰਜ਼ੀ ਕਰ ਸਕਦਾ। ਮੈਂ ਕਿਹਾ ਜੀ ਨਹੀਂ, ਆਪਣੇ 'ਚ ਸਮਰੱਥਾ ਹੀ ਨਹੀਂ, ਦਾੜੀ ਵੀ ਨਹੀਂ ਸੀ ਆਈ ਹੋਈ, ਬੋਲਾਂਗੇ ਪ੍ਰਭਾਵ ਹੀ ਨਹੀਂ ਪਊਗਾ। ਅਗਲਾ ਕਹੂ ਨਿਆਣਾ ਲੱਗਾ ਹੋਇਆ। ਬਜ਼ੁਰਗ ਬੰਦੇ ਸਿਆਣੇ ਬਿਆਣੇ ਉਹ ਕੀ ਸੋਚਦੇ ਨੇ ਵੀ ਇਹ ਸਾਨੂੰ ਕਿਉਂ ਸਮਝਾ ਰਿਹਾ। ਇਸ ਲਈ ਬਾਬਾ ਜੀ ਵੀ ਇਹ ਗੱਲ ਨਹੀਂ ਬਣਦੀ। ਸੱਚਮੁੱਚ ਹੀ ਸੀਰੀਅਸ ਬੇਨਤੀ ਕੀਤੀ। ਕਹਿੰਦੇ ਤੈਨੂੰ ਇਹ ਗੱਲ ਦੱਸੀ ਕਿੰਨੇ? ਉਹਦਾ ਨਾਮ ਮੈਨੂੰ ਦੱਸ, ਮੈਂ ਉਹਦੀ ਕਲਾਸ ਲਾਵਾਂ। ਮੈਂ ਸੋਚਿਆ ਵੀ ਹੁਣ ਲੜਾਈ ਪਊਗੀ, ਅਤੇ ਮੈਂ ਕਿਹਾ ਜੀ ਨਹੀਂ। ਕਹਿੰਦੇ ਫਿਰ ਇੰਜ ਨਹੀਂ ਕਰਨਾ, ਇਹ ਸੇਵਾ ਹੈ, ਅਤੇ ਇਹ ਨਹੀਂ ਸਮਝਣਾ ਵੀ ਆਪਾਂ ਕਰ ਰਹੇ ਹਾਂ। ਕਰਨ ਕਰਾਵਣ ਕਰਨਾ ਹਾਰ, ਇਸਕੇ ਹਾਥ ਕਹਾਂ ਵਿਚਾਰ। ਤੋ ਇਸ ਵਾਸਤੇ ਆਸ਼ੀਰਵਾਦ ਤਾਂ ਸੰਤਾਂ ਦਾ ਹੀ ਹੈ, ਗੁਰੂਆਂ ਅਤੇ ਪੀਰਾਂ ਦਾ, ਭਗਤਾਂ ਦਾ ਹੀ ਹੈ। ਗੁਰਬਾਣੀ ਦੀ ਕਿਰਪਾ ਦੇ ਨਾਲ ਹੀ ਬੰਦਾ ਬਾਣੀ ਪੜ੍ਹ ਸਕਦਾ, ਗਾਂ ਸੁਣਾ ਸਕਦਾ। ਇਹ ਸੁਣਾਉਣ ਦੀ ਸੇਵਾ ਸਮਝਣੀ ਚਾਹੀਦੀ ਹੈ। ਜਿਵੇਂ ਟੀਚਰ ਕੋਲੋਂ ਪੜ੍ਹ ਕੇ ਅਤੇ ਟੀਚਰ ਨੂੰ ਹੀ ਯਾਦ ਕਰਕੇ ਜਦ ਬੱਚਾ ਸੁਣਾਉਂਦਾ ਤਾਂ ਉਹ ਬੜਾ ਖੁਸ਼ ਪ੍ਰਸੰਨ ਹੁੰਦਾ। ਇਉਂ ਸੰਗਤ ਸਾਡੀ ਉਸਤਾਦ, ਸੰਗਤ ਦੇ ਸਾਹਮਣੇ ਜੋ ਪੇਸ਼ਕਾਰੀ ਹੈ, ਸੰਗਤ ਦੀ ਖੁਸ਼ੀ ਲੈਣ ਦੀ ਮਨਸਾ ਹੈ। ਤੋ ਇਸ ਲਈ ਇਹ ਮਹਾਂਪੁਰਖਾਂ ਦਾ ਹੁਕਮ ਹੈ, ਇਹ ਗੁਰੂਆਂ ਪੀਰਾਂ ਦੀ ਕਿਰਪਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਚਰਨ ਕਮਲ ਜਾ ਕੈ ਹਿਰਦੈ ਬਸਹਿ। ਜਿਸ ਦੇ ਹਿਰਦੇ ਵਿੱਚ ਮਹਾਰਾਜ ਦੇ ਚਰਨ ਕਮਲ ਵਸਦੇ ਹਨ, ਸੋ ਜਨ ਕਿਉ ਡੋਲੈ ਦੇਵਾ। ਉਹ ਜਿਹੜਾ ਪੁਰਖ ਹੈ ਮਿਥਿਆ ਪਦਾਰਥਾਂ ਦੇ ਵਿੱਚ ਕਾਹਦੇ ਲਈ ਡੋਲੇਗਾ ਭਾਈ? ਉਹ ਪੁਰਖ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਛੱਡ ਕੇ ਮਿਥਿਆ ਪਦਾਰਥਾਂ 'ਚ ਕਿਉਂ ਡੋਲੇਗਾ? ਨਹੀਂ ਡੋਲੇਗਾ। ਕਬੀਰ ਜੀ ਦੀਵਾ ਪੰਡਤ ਨੂੰ ਇਹ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ।
ਜੋ ਸਰਬ ਸਾਂਝਾ ਹੈ। ਮਾਨੋ ਸਭ ਸੁਖ ਨੋ ਨਿਦ ਤਾਕੈ। ਮਾਨੋ ਮੰਨਣਾ ਕਰੋ ਕਿ ਸਾਰੇ ਸੁਖ ਤੇ ਆਨੰਦ ਤੇ ਨੌ ਨਿਧੀਆਂ ਦੀ ਪ੍ਰਾਪਤੀ ਉਹਦੇ ਤਾਈਂ ਹੋ ਜਾਂਦੀ ਹੈ। ਸਹਿਜ ਸਹਿਜ ਜਸ ਬੋਲੇ ਦੇਵ। ਜਿਹੜਾ ਸਹਿਜੇ ਸਹਿਜੇ ਇੱਕ ਰਸ ਜਾਂ ਸਹਿਜ ਸ਼ਾਂਤੀ ਦੇ ਨਾਲ, ਜਾਂ ਆਪਾਂ ਹੁਣ ਵਿਚਾਰ ਕਰ ਰਹੇ ਸੀ ਸਹਿਜ ਗਿਆਨ ਦੇ ਨਾਲ ਬੋਲਦਾ ਹੈ। ਅਸਲੀ ਤਾਂ ਇਹ ਬ੍ਰਹਮ ਗਿਆਨੀ ਹੀ ਇਹਨੂੰ ਸਮਝ ਸਕਦੇ, ਸਮਝਾ ਸਕਦੇ ਨੇ। ਅਸੀਂ ਤਾਂ ਆਪਦਾ ਆਨੰਦ ਲਈਦਾ ਸਮੇਂ ਮੁਤਾਬਕ। ਇਉਂ ਜੋ ਸਰੂਪ ਦੇ ਗਿਆਨ ਦੀ ਪ੍ਰਾਪਤੀ ਪਾ ਕੇ ਅਤੇ ਫਿਰ ਬੋਲਦੇ ਨੇ, ਅਸਲੀ ਆਨੰਦ ਉਦੋਂ ਹੈ। ਜਾਂ ਸਰੂਪ ਦੇ ਗਿਆਨ ਦੀ ਪ੍ਰਾਪਤੀ ਲਈ ਵੀ ਇਹਨੂੰ ਬੋਲੀਦਾ, ਜਾਂ ਮੁਕਤੀ ਵਾਸਤੇ ਪਰਮੇਸ਼ਰ ਦੇ ਜਸ ਕੀਰਤਨ ਨੂੰ, ਕਥਾ ਨੂੰ ਜੋ ਬੋਲਦਾ ਹੈ, ਪ੍ਰਕਾਸ਼ ਰੂਪ ਪਰਮੇਸ਼ਰ ਦੇ ਜਸ ਨੂੰ ਜਿਹੜਾ ਬੋਲਦਾ, ਮੰਨਣਾ ਕਰੋ ਕਿ ਸਹਿਜੇ ਸਹਿਜੇ ਹੌਲੀ ਹੌਲੀ ਉਹਦੇ ਤਾਈਂ ਸਾਰੇ ਸੁੱਖ ਆਨੰਦ ਪ੍ਰਾਪਤ ਹੋ ਜਾਂਦੇ ਨੇ। ਨੌ ਨਿਧੀਆਂ ਦੇ ਖਜ਼ਾਨੇ ਪ੍ਰਭ ਕੈ ਸਿਮਰਨ ਸੋ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਮਹਾਰਾਜ ਨੇ ਆਖਿਆ ਵੀ ਨੌ ਨਿਧੀਆਂ ਅਤੇ 18 ਸਿੱਧੀਆਂ ਸੋ ਵਾਹਿਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦੀਆਂ ਹਨ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਤਾਬੇ ਮਾਤਾ ਜੋ ਸਭ ਮਹਿ ਪੇਖ। ਤਦੋਂ ਇਹ ਆਤਮ ਸ਼ੈਣੀ ਜਿਹੜੀ ਮਤ ਬੁੱਧੀ ਹੈ ਅੰਦਰ ਪ੍ਰਗਟ ਹੁੰਦੀ ਹੈ, ਜਦ ਦਵੈਤ ਭਾਵ ਵੈਰ ਭਾਵ ਛੱਡ ਕੇ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਨੂੰ ਵੇਖ ਲੈਣਾ ਕਰੇ। ਅਸੀਂ ਆਪਣੇ ਅਤੇ ਬਗਾਨੇ ਵਿੱਚ ਫਰਕ ਰੱਖਦੇ ਹਾਂ। ਆਹ ਸਾਡਾ ਆਪਣਾ ਹੈ, ਆਹ ਬਗਾਨਾ ਹੈ। ਸੰਤ ਉਹ ਹੈ, ਹੰਸਾਲੀ ਵਾਲੇ ਮਹਾਂਪੁਰਖਾਂ ਨੂੰ ਤੁਸੀਂ ਵੇਖਿਆ ਹੀ ਆ, ਕਦੀ ਉਹ ਕਿਸੇ ਨਾਲ ਕੋਈ ਧਿਆਨ ਦਿੰਦੇ ਸੀ? ਸਰਬ ਸਾਂਝਾ, ਸਾਰਿਆਂ 'ਤੇ ਨਿਗਾਹ ਮਾਰਨੀ, ਸਭਨਾਂ ਨੂੰ ਸਰਬ ਸਾਂਝਾ ਭਲੇ ਦਾ ਉਪਦੇਸ਼ ਦੇਣਾ। ਇਉਂ ਬ੍ਰਹਮ ਗਿਆਨੀ ਉਹ ਹੈ ਜਿਹੜਾ ਸਾਰਿਆਂ ਨੂੰ ਇੱਕ ਬਰਾਬਰ ਜਾਣਦਾ ਹੈ, ਬਾਹਰੋਂ ਵੀ ਅਤੇ ਅੰਦਰੋਂ ਵੀ। ਸੋ ਵਾਹਿਗੁਰੂ ਜੀ ਦੀ ਜੋਤ ਨੂੰ ਜਿਹੜਾ ਵੇਖ ਲੈਂਦਾ। ਨਾਮਦੇਵ ਜੀ ਕਹਿੰਦੇ ਨੇ ਸਭੈ ਘਟ ਰਾਮ ਬੋਲੇ, ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ। ਰਹਾਉ ਏਕਲ ਮਾਟੀ ਕੁੰਜਰ ਚੀਟੀ, ਭਾਂਜਨ ਹੈ ਬਹੁ ਨਾਨਾ ਰੇ। ਭਾਂਜਨਾ ਮੈਂ ਭਾਂਡਿਆਂ ਦਾ, ਮਿੱਟੀ ਦੇ ਭਾਂਡੇ, ਮਿੱਟੀ ਇੱਕ ਹੀ ਹੈ, ਭਾਂਡੇ ਬਹੁਤੇ ਨੇ, ਸਾਰੇ ਭਾਂਡਿਆਂ 'ਚ ਇੱਕੋ ਹੀ ਮਿੱਟੀ ਹੈ, ਸਾਰੇ ਜੀਵਾਂ 'ਚ ਇੱਕ ਵਾਹਿਗੁਰੂ ਜੀ ਦੀ ਜੋਤ। ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਜਿਹੜੇ ਦਰਖਤ ਨੇ ਇਹ ਵੀ ਜੀਵ ਹਨ, ਪੱਥਰ ਆਦਿਕ ਵੀ ਜੂਨੀ ਹੈ। ਜੰਗਮ ਦੇ ਵਿੱਚ ਅਸੀਂ ਆਉਂਦੇ ਹਾਂ, ਪਸ਼ੂ ਪੰਛੀ ਆਉਂਦੇ ਨੇ। ਕੀਟ ਜਿਹੜੇ ਕੀੜੇ ਨੇ, ਆਹ ਸੱਪ ਠੂੰਹੇ ਆਦਿਕ ਰੀਂਗ ਕੇ ਤੁਰਨ ਵਾਲੇ। ਪਤੰਗਮ ਖੰਭਾਂ ਵਾਲੇ ਜਿਹੜੇ ਉੱਡਣ ਵਾਲੇ ਪਤੰਗੇ ਆਦਿਕ ਨੇ। ਘਟ ਘਟ ਰਾਮ ਸਮਾਨ ਰੇ। ਰਹਾਉ ਏਕਲ ਚਿੰਤਾ ਰਾਖੀ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣਮੈ ਨਾਮਾ ਪਏ ਨੇ ਕੰਮ, ਕੋ ਠਾਕੁਰ ਕੋ ਦਾਸ ਰੇ। ਕੋਟਲ ਗਾਂਠ ਜਬ ਖੁੱਲ੍ਹੈ ਦੇਵ। ਦੇਵ ਹੇ ਦੇਵਾ ਨਾਮੇ ਪੰਡਤ, ਜਦ ਅੰਦਰੋਂ ਤੂੰ ਵਿਦਿਆ ਕਰਕੇ ਪਈ ਹੋਈ ਟੇਢਤਾਈ ਦੀ ਗੰਢ ਨੂੰ ਖੋਲ੍ਹ ਦੇਵੇਂਗਾ, ਚਿੱਤ ਜੜ ਗ੍ਰੰਥੀ ਦੀ ਗੰਢ ਨੂੰ ਖੋਲ੍ਹ ਦੇਵੇਂਗਾ। ਆਹ ਜਿਹੜੀ ਝੂਠ ਦੀ ਗੰਢ ਤੂੰ ਬੰਨੀ ਹੋਈ ਹੈ ਇਹਨੂੰ ਤੂੰ ਖੋਲ੍ਹ ਦੇਵੇਂਗਾ, ਤਾਂ ਮਹਾਰਾਜ ਦੀ ਜੋਤ ਸਭਨਾਂ ਦੇ ਵਿੱਚ ਦਰਸ਼ਨ ਦੇਵੇਗੀ। ਟੇਢੇ ਬੰਦੇ ਨੂੰ ਕਦੀ ਰੱਬ ਨਹੀਂ ਮਿਲਦਾ, ਹਮੇਸ਼ਾ ਮਿਲੂਗਾ ਕਮਲੇ ਰਮਲੇ ਸਿੱਧੇ ਸਾਧੇ। ਜੱਟ ਸਾਧ ਧੰਨਾ ਭਗਤ ਵੇਖੋ, ਭੋਲਾ ਭਾਲਾ ਭੋਲੇ ਪਾਏ ਮਲੇ ਰਗ ਰਾਇਆ। ਨਾਮਦੇਵ ਜੀ, ਕਬੀਰ ਜੀ ਸੋ ਭੋਲੇ ਸੁਭਾਵ ਦੇ ਨਾਲ, ਚੁਸਤੀ ਚਲਾਕੀ ਦੇ ਨਾਲ, ਸਹਿਸ ਸਿਆਣਪ ਨਹਿ ਮਿਲੇ ਮੇਰੀ ਜਿੰਦੜੀਏ। ਗੁਰਮੁਖ ਨਾਮ ਅਮੋਲੇ ਰਾਮ। ਕਹਿੰਦੇ ਕਥਾਵਾਚਕ ਤੋਂ, ਵਿਦਵਾਨ ਤੋਂ, ਸਿਆਣੇ ਬੰਦੇ ਤੋਂ ਰੱਬ ਕੂਹਾਂ ਕੋ ਦੂਰ ਰਹਿੰਦਾ। ਇਹਨਾਂ ਦਾ ਕੀ ਲੈਣਾ, ਇਹ ਵੇਚ ਕੇ ਖਾ ਜਾਣ। ਜਿਸ ਤਰ੍ਹਾਂ ਮੂਰਤੀਆਂ ਵੇਚਦੇ ਨੇ ਲੋਕ, ਗ੍ਰੰਥ ਵੇਚ ਕੇ ਪੈਸੇ ਵੱਟਦੇ ਨੇ। ਉਹ ਗਿਆਨੀ ਕਹਦਾ ਜਿਹਨੇ ਗ੍ਰੰਥ ਵੇਚਦਾ, ਉਹ ਜੱਟ ਹੀ ਕਹਦਾ ਜਿਹਨੇ ਪੈਲੀ ਵੇਚਦੀ। ਦੱਸੋ ਮੈਨੂੰ, ਜੱਟ ਕੋਈ ਆਖੂਗਾ? ਮੁੰਡੇ ਦਾ ਰਿਸ਼ਤਾ ਕਰਨਾ ਹੋਵੇ ਤਾਂ ਅਗਲੇ ਪੁੱਛਦੇ ਪੈਲੀ ਕਿੰਨੀ ਹੈ,
ਜੇ ਤੁਸੀਂ ਸੱਚਮੁੱਚ ਹੀ ਜੱਟ ਹੋ, ਪੈਲੀ ਹੈ ਨਹੀਂ, ਫਿਰ ਤੁਸੀਂ ਜੱਟ ਕਾਹਦੇ ਹੋ? ਜੇ ਗੁਰਦੁਆਰੇ ਦਾ ਬਾਬਾ ਗ੍ਰੰਥੀ ਹੈ, ਕਥਾ ਵੱਜ ਕੇ ਪੋਥੀ ਉਹਦੇ ਕੋਲ ਹੈ ਨਹੀਂ, ਦੱਸੋ ਕਰੂਗਾ ਕੀ? ਤੇ ਇਸ ਵਾਸਤੇ ਘੱਟੋ ਘੱਟ ਕੋਈ ਗਿਆਨ ਦਾ ਭੰਡਾਰ ਤਾਂ ਹੋਣਾ ਚਾਹੀਦਾ ਹੈ ਨਾ। ਜਪਜੀ ਸਾਹਿਬ ਯਾਦ ਹੀ ਨਹੀਂ, ਗੱਲਾਂ ਮਾਰਨੀਆਂ ਜਿੰਨੀਆਂ ਮਰਜ਼ੀ ਸੁਣੀ ਜਾਓ। ਇੱਕ ਕੋਈ ਤਰਕਸ਼ੀਲ ਉਹਦੇ ਨਾਲ ਮੇਰੀ ਸੰਗਤ ਹੋਈ, ਚੰਗੀ ਸਿਆਣੇ ਸੀ, ਮੇਰੇ ਪਿਤਾ ਦੀ ਉਮਰ ਦੇ, ਅਤੇ ਉਹ ਸ਼ਾਮ ਦੀ ਕਥਾ ਹੋਈ। ਉਹ ਕਥਾ ਮਾੜੀ ਕਰਮਾਂ ਨੂੰ ਆ ਗਈ, ਉਹਦੀ ਆਪਣਾ ਮਾਤਾ ਕੌਲਾਂ ਜੀ ਦੀ, ਕਈ ਕਹਿੰਦੇ ਮਾਂ ਵੀ ਨਾ ਆਖੋ। ਭਾਈ ਗੁਰਦਾਸ ਜੀ ਨੇ ਤਾਂ ਆਖਿਆ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਅਤੇ ਉਹ ਜੇ ਮੁਸਲਮਾਨ ਘਰੋਂ ਆਈ ਅਤੇ ਆਪਾਂ 7 ਬਗਾਨਿਆਂ ਨੂੰ ਮਾਂ ਆਖਦੇ ਵੀ ਜੀ, ਕੌਲਾਂ ਨੂੰ ਮਾਂ ਕਹਿ ਤਾਂ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ, ਦੁਨੀਆ ਤੋਂ ਰੱਬ ਹੀ ਫਨਾਹ ਹੈ। ਅਤੇ ਉਹਦੀ ਸਾਖੀ 'ਤੇ ਲੋਕ ਬੜੀ ਤਰਕ ਕਰਦੇ ਨੇ, ਪਰ ਕਵੀ ਸੰਤੋਖ ਸਿੰਘ ਨੇ ਬੜੇ ਪਿਆਰ ਨਾਲ ਲਿਖੀ, ਮੈਂ ਉਸ ਤਰ੍ਹਾਂ ਹੀ ਸੁਣਾ ਦਿੱਤੀ। ਹੁਣ ਜਿਸ ਤਰ੍ਹਾਂ ਲਿਖਿਆ ਸੀਗਾ, ਹੁਣ ਮੈਨੂੰ ਕੀ ਪਤਾ ਵੀ ਕੋਈ ਤਰਕ ਕਰੂਗਾ। ਅਤੇ ਉਹਨੇ ਜੀ 1.5 ਘੰਟਾ ਇਸੇ ਗੱਲ 'ਤੇ ਲਾਤਾ। ਮੈਂ ਬੜਾ ਪਰੇਸ਼ਾਨ, ਸੰਗਤਾਂ ਨੇ ਵੀ ਮਹਿਸੂਸ ਕੀਤਾ। ਅਤੇ ਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਹੈ, ਦੀਵਾਨ ਸਜਿਆ ਹੋਇਆ ਹੈ, ਪ੍ਰਸੰਗ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਪਿਆਰ ਸਤਿਕਾਰ ਨਾਲ, ਸੋ ਅਦਬ ਦੇ ਨਾਲ ਸਾਨੂੰ ਪੇਸ਼ ਆਉਣਾ ਚਾਹੀਦਾ। ਮੈਂ ਇੱਕੋ ਹੀ ਬੇਨਤੀ ਕੀਤੀ, ਮੈਂ ਕਿਹਾ ਵੀ ਮਣਾ ਮਹਾਰਾਜ ਦੀ ਹਜ਼ੂਰੀ 'ਚ ਤਰਕ ਹੋਈ ਹੈ, ਅਤੇ ਥੋੜ੍ਹਾ ਜਿਹਾ ਵੇਖੀਏ ਤਾਂ ਸਹੀ ਵੀ ਇਹਦੇ ਪੱਲੇ ਵੀ ਕੁਛ ਹੈ ਕਿ ਨਹੀਂ। ਮੈਂ ਕਿਹਾ ਬਾਬਾ ਜੀ ਅਰਦਾਸ ਕਰੋ। ਕਹਿੰਦੇ ਵੀ ਤੂੰ ਹੀ ਕਰ। ਮੈਂ ਕਿਹਾ ਜੀ 7 ਵਚਨ। ਫਿਰ ਮੈਂ ਕਿਹਾ ਜੀ ਹੁਕਮਨਾਮਾ ਲਓ। ਕਹਿੰਦੇ ਜੀ ਤੂੰ ਹੀ ਲੈ। ਮੈਂ ਕਿਹਾ ਜੀ ਕਿਉਂ? ਆਪ ਜੀ ਵੀ ਹਾਜ਼ਰ ਹੋ, ਕਥਾ ਹੋਈ ਹੈ 1.5 ਘੰਟਾ। ਕਹਿੰਦੇ ਮੈਂ ਨਹਾਤਾ ਨਹੀਂ, ਜੰਗਲ ਜਾ ਕੇ, ਮੈਦਾਨ ਜਾ ਕੇ ਨਹਾਤਾ ਨਹੀਂ। ਮੈਂ ਕਿਹਾ ਤੁਹਾਨੂੰ ਸਿੱਖਿਆ ਕਿਹਨੇ ਦਿੱਤੀ ਆ ਵੀ ਬਿਨਾਂ ਨਹਾਉਣ ਤੋਂ ਗੁਰਦੁਆਰੇ ਆਉਣਾ? ਪਹਿਲੀ ਗੱਲ। ਫਿਰ ਚਲੋ ਹੁਕਮਨਾਮਾ ਲੈ ਲਿਆ। ਮੈਂ ਕਿਹਾ ਜੀ ਬੈਠੋ ਬਾਬਾ ਜੀ ਮੇਰੇ ਸੱਜੇ ਪਾਸੇ, ਮੈਂ ਸੁੱਖ ਆਸਣ ਕਰਦਾ ਅਤੇ ਸਪੀਕਰ ਲਓ ਅਤੇ ਬਿਨਾਂ ਗੁਟਕੇ ਤੋਂ ਕੀਰਤਨ ਸੋਹਿਲਾ ਪੜ੍ਹੋ, ਅਤੇ ਭਾਵੇਂ ਠਾਂ ਹੀ ਬਹਿ ਕੇ ਪੜ੍ਹ ਦਿਓ। ਹੱਥ ਜੋੜ ਕੇ ਕਹਿਣ ਲੱਗਾ ਜੀ ਮੈਨੂੰ ਤਾਂ ਕੀਰਤਨ ਸੋਹਿਲਾ ਆਉਂਦਾ ਨਹੀਂ। ਮੈਂ ਕਿਹਾ ਜੀ ਜਿਹਨੇ ਤੁਹਾਨੂੰ ਕਥਾ ਸਿਖਾਈ ਹੈ ਉਹਨੇ ਕੀਰਤਨ ਸੋਹਿਲਾ ਪੜ੍ਹਨ ਦਾ ਨਹੀਂ ਆਖਿਆ। ਕਹਿੰਦੇ ਮੈਂ ਤਾਂ ਪੜ੍ਹਦਾ ਹੀ ਨਹੀਂ। ਦੱਸੋ ਸਾਰੀ ਸੰਗਤ ਦੇ ਵਿੱਚ। ਮੈਂ ਕਿਹਾ ਜੀ ਹੁਣ ਦੱਸੋ, ਬਾਣੀ ਪੜ੍ਹ ਕੇ ਪ੍ਰਮਾਣ ਤਾਂ ਯਾਦ ਕਰ ਲਏ ਅਤੇ ਪਰ ਕੀਰਤਨ ਸੋਹਿਲਾ ਹੀ ਨਹੀਂ ਪੜ੍ਹਿਆ, ਦੱਸੋ ਫਾਇਦਾ ਕੀ ਹੋਇਆ? ਐਡੇ ਵੱਡੇ ਗਿਆਨ ਧਿਆਨ ਦਾ। ਜਪਜੀ ਸਾਹਿਬ ਤਾਂ ਪੜ੍ਹਿਆ ਕੋਈ ਨਹੀਂ। ਸੋ ਜਿਹੜੀਆਂ ਗੰਢਾਂ ਪਈਆਂ ਹੋਈਆਂ ਨੇ, ਇਹ ਗੰਢਾਂ ਤਾਂ ਬੰਦਾ ਖੋਲ੍ਹੇ ਅਤੇ ਤਾਂ ਹੀ ਅਗਲੇ ਨੂੰ ਮੱਤ ਦੇਵੇ। ਸੋ ਵਾਹਿਗੁਰੂ ਕਿਰਪਾ ਕਰੇ। ਮਤ ਸੁਮਤ ਤੇਰੇ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜਨ ਧਿਆਨੀ, ਜਨ ਨਾਨਕ ਪ੍ਰਭ ਕਰਤੇ ਸੁਆਮੀ, ਜਿਉਂ ਭਾਵੈ ਤੇ ਮੈਂ ਬੁਲਾਨੀ। ਤੋ ਇਸ ਵਾਸਤੇ ਇਹ ਆਪਦੀ ਕੰਧ ਨੂੰ ਖੋਲ੍ਹਣਾ ਕਰੋ। ਬਾਰੰਬਾਰ ਮਾਇਆ ਤੇ ਅਟਕੈ। ਹੇ ਦੀਵਾਨਾਮੇ ਪੰਡਤ, ਜੋ ਆਪਣੇ ਮਨ ਨੂੰ ਮੁੜ ਮੁੜ ਕੇ ਮਾਇਆ ਦੇ ਮੋਹ ਤੋਂ ਅਟਕਾ ਕੇ ਰੋਕ ਕੇ ਰੱਖਦਾ ਹੈ। ਲੈ ਨਰਜਾ ਮਨ ਤੋਲਾ ਦੇਵ। ਔਰ ਬੁੱਧੀ ਰੂਪ ਤੱਕੜੀ 'ਚ ਵਿਚਾਰ ਰੂਪੀ ਸ਼ਾਬਾ ਲੈ ਕੇ ਚਿੱਤ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਵਿਚਾਰ 'ਚ ਲਗਾਉਣਾ ਕਰਦਾ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਉਹਨੂੰ ਪ੍ਰਕਾਸ਼ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਹ ਉਹ ਜਾਏ, ਜੈ ਉਹ ਜਾਏ ਤਹੀਂ ਸੁਖ ਪਾਵੈ। ਜਿੱਥੇ ਵੀ ਜਾਂਦਾ ਉੱਥੇ ਹੀ ਸੁਖ ਆਨੰਦ ਪਾਉਂਦਾ ਹੈ। ਮਾਇਆ ਤਾਸ ਨ ਝੂਲੈ ਦੇਵਾ। ਕਿਉਂਕਿ ਹੇ ਦੇਵਾ ਨਾਮੇ ਪੰਡਤ, ਫਿਰ ਤਿਸ ਨੂੰ ਮਾਇਆ ਦੇ ਮੋਹ ਦਾ ਝੋਲਾ ਬੁੱਲਾ ਮਾਰ ਨਹੀਂ ਸਕੇਗਾ। ਜਿਉਂਦਾ ਚਿੱਤ ਪ੍ਰਕਾਸ਼ ਸਰੂਪ ਬ੍ਰਹਮ ਨੂੰ ਪਾ ਕੇ ਮਾਇਆ ਦੇ ਮੋਹ 'ਚ ਡੋਲੇਗਾ ਨਹੀਂ। ਕਹਿ ਕਬੀਰਾ ਮੇਰਾ ਮਨ ਮੰਨਿਆ। ਕਬੀਰ ਜੀ ਕਹਿੰਦੇ ਮੇਰਾ ਤਾਂ ਮਨ ਭਾਈ ਰੱਬ ਤੇ ਮੰਨ ਗਿਆ ਹੈ। ਰਾਮ ਪ੍ਰੀਤਾ ਕੀਓ ਲੈ ਦੇਵ। ਇਸ ਲਈ ਹੇ
ਦੇਵਾ ਨਾਮੇ ਪੰਡਤ ਅਸੀਂ ਪਰਮੇਸ਼ਰ ਦੀ ਪ੍ਰੀਤੀ 'ਚ ਆਪਣਾ ਮਨ ਲੀਨ ਕਰ ਲਿਆ ਹੈ, ਜਾਂ ਹੇ ਦੇਵ ਪੰਡਤ ਪਰਮੇਸ਼ਰ ਦੀ ਪ੍ਰੀਤੀ ਦੇ ਆਸਰੇ ਪਾਠ ਤਾਂ ਕੀਓ ਲੈ ਵੱਖੋ ਵੱਖਰ ਹੈ। ਦੂਜਾ ਓਲਾ ਪਾਠ ਵੀ ਹੈ। ਓਲਾ ਨਾਮ ਸੁੰਦਰ ਪ੍ਰੀਤੀ ਕਰਕੇ, ਓਲਾ ਨਾਮ ਆਸਰੇ ਕਰਕੇ, ਓਲਾ ਨਾਮ ਪੜਦੇ ਦੇ ਵਿੱਚ ਪ੍ਰੀਤੀ ਦੇ ਪੜਦੇ 'ਚ ਆਪਣੇ ਮਨ ਨੂੰ ਲੀਨ ਕਰ ਲਿਆ। ਸੁੰਦਰ ਪ੍ਰੀਤੀ ਦੇ ਆਸਰੇ ਦੁਨੀਆ ਮੰਨੀ ਜਾਂ ਨਾ ਮੰਨੇ, ਕਹਿ ਕਬੀਰ ਮਨ ਮਾਨਿਆ ਤਉ ਹਰ ਜਾਣਿਆ। ਮਨ ਮਾਨਿਆ ਲੋਕ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਤੋ ਇਸ ਲਈ ਮੇਰਾ ਗੋਬਿੰਦ ਦੇ ਮਨ ਮੰਨ ਗਿਆ ਹੈ। ਇਹ ਕਬੀਰ ਸਾਹਿਬ ਜੀ ਦੇ 12 ਸ਼ਬਦ ਬਿਲਾਵਲ ਰਾਗ ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ ਜੀ। ਕੱਲ੍ਹ ਨੂੰ ਨਾਮਦੇਵ ਸਾਹਿਬ ਜੀ ਦੀ ਭਗਤ ਬਾਣੀ ਪ੍ਰਾਰੰਭ ਹੋਏਗੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਜੈ ਹੋ ਜਾਏ ਤਾਹੀ ਸੁਖ ਪਾਵੈ, ਮਾਇਆ ਤਾਸ ਨ ਝੂਲੈ ਦੇਵ। ਕਹੈ ਕਬੀਰਾ ਮੇਰਾ ਮਨ ਮਾਨਿਆ, ਰਾਮ ਪ੍ਰੀਤ ਕੀਓ ਲੈ ਦੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।